प्रभु यीशु मसीह ਦਾ ਸਮਰਥੀ ਨਾਮ ਸਭ ਪ੍ਰਭੂ ਦੇ ਪ੍ਰੇਮੀਆਂ ਨੂੰ ਪਿਆਰ ਭਰੀ ਜੈ ਮਸੀਹ ਦੀ। ਸੋ ਪਰਮੇਸ਼ਰ ਤੁਹਾਨੂੰ ਸਭ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਣ ਅੱਜ ਦੇ ਸੁੰਦਰ ਸਮੇਂ ਦੇ ਲਈ। ਸੋ ਅੱਜ ਦਾ ਜੋ ਪਵਿੱਤਰ ਵਚਨ ਮੈਸੇਜ ਹੈ, ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਜ਼ਿੰਦਗੀ ਨਾਲ ਇਹ ਮੈਸੇਜ ਬਹੁਤ ਨੇੜੇ ਤੋਂ ਜੁੜਿਆ ਹੋਇਆ ਆ ਤੇ ਕਈ ਘਰਾਂ ਦੇ ਵਿੱਚ ਪਰਿਵਾਰਾਂ ਦੇ ਨਾਲ ਇਹ ਮੈਸੇਜ ਜੁੜਿਆ ਹੋਇਆ ਆ। ਅੱਜ ਦਾ ਮੈਸੇਜ ਜੋ ਹੈ ਲਵ ਮੈਰਿਜ ਪਲੱਸ ਬਾਈਬਲ। ਬਾਈਬਲ ਲਵ ਮੈਰਿਜ ਨੂੰ ਕਿਹੜਾ ਦਰਜਾ ਦਿੰਦੀ ਹੈ? ਕਿਉਂਕਿ ਵਿਸ਼ੇ ਅਸੀਂ ਸਾਰੇ ਹੀ ਜਾਣਦੇ ਹਾਂ, ਬਾਈਬਲ ਨੂੰ ਅਸੀਂ ਜਾਣਦੇ ਹਾਂ, ਪਰ ਬਾਈਬਲ ਦੇ ਭੇਤਾਂ ਨੂੰ ਜਾਣਨਾ ਸਾਡੇ ਲਈ ਬਹੁਤ ਔਖਾ ਆ। ਅੱਜ ਜਦ ਪਰਮੇਸ਼ਰ ਨੇ ਇਹ ਮੈਸੇਜ ਮੈਨੂੰ ਦਿੱਤਾ ਔਰ ਇੰਨਾ ਐਮਰਜੈਂਸੀ ਦਿੱਤਾ ਇਹ ਮੈਸੇਜ ਮੈਨੂੰ, ਕੱਲ ਸਵੇਰੇ ਮੇਰੇ ਕੋਲ ਮੈਸੇਜ ਆਇਆ ਪਵਿੱਤਰ ਆਤਮਾ ਦੇ ਉੱਤੇ। ਕੱਲ ਸ਼ਾਮ ਜਦੋਂ ਪ੍ਰੇਅਰ ਤੋਂ ਬਾਅਦ ਮੈਂ ਫ੍ਰੀ ਹੋਇਆ ਚਰਚ ਦੇ ਵਿੱਚ, ਇੱਕ ਮੈਸੇਜ ਆਇਆ ਮੈਨੂੰ ਪਰਮੇਸ਼ਰ ਦਾ ਕਿ ਯਹੋਵਾ ਦੀ ਬਰਕਤ ਇਨਸਾਨ ਨੂੰ ਧਨੀ ਬਣਾਉਂਦੀ ਆ। ਸਵੇਰੇ ਜਦ ਮੈਂ ਇਸ ਸਥਾਨ ਦੇ ਉੱਤੇ ਸੇਵਾ ਦੇ ਲਈ ਆਇਆ ਜਾਂ ਦੇਖਣ ਦੇ ਲਈ ਆਇਆ ਤੇ ਅੰਦਰ ਆਪਣੇ ਰੂਮ ਦੇ ਵਿੱਚ ਪ੍ਰੇਅਰ ਤੇ ਬੈਠਾ ਆ ਤੇ ਪਰਮੇਸ਼ਰ ਨੇ ਮੈਨੂੰ ਵਚਨ ਪੜ੍ਹਨ ਦੇ ਲਈ ਕਹਿ ਦਿੱਤਾ। ਔਰ ਵਚਨ ਜਦੋਂ ਮੈਂ ਪੜ੍ਹਿਆ ਉਤਪਤ 6 ਅਧਿਆਇ ਦੀਆਂ ਪਹਿਲੀਆਂ 3 ਆਇਤਾਂ, ਤੇ ਪਰਮੇਸ਼ਰ ਨੇ ਮੇਰੇ ਦਿਮਾਗ ਦੇ ਵਿੱਚ ਉਹ ਬਹੁਤ ਕੁਝ ਘੁਮਾ ਦਿੱਤਾ ਜੋ ਪੂਰੀ ਬਾਈਬਲ ਦੇ ਵਿੱਚ ਆ। ਔਰ ਪਰਮੇਸ਼ਰ ਨੇ ਮੈਨੂੰ ਦੱਸਿਆ ਕਿ ਅੱਜ ਇਸ ਵਿਸ਼ੇ ਦੇ ਉੱਤੇ ਤੂੰ ਖੜਾ ਹੋਣਾ ਆ। ਅੱਜ ਇਸ ਇੱਕ ਵਿਸ਼ੇ ਤੇ ਤੂੰ ਖੜਾ ਹੋਣਾ। ਅਸੀਂ ਜਾਣਨਾ ਆ ਅੱਜ ਦੁਨੀਆ ਤੇ ਜੋ ਹੋ ਰਿਹਾ, ਨੌਜਵਾਨਾਂ ਦੀ ਜ਼ਿੰਦਗੀ 'ਚ ਜੋ ਹੋ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਆਪਣੀਆਂ ਅੱਖਾਂ ਦੇ ਦੇਖਣ ਦੇ ਨਾਲ ਚੱਲਦੇ ਆ, ਸੁੰਦਰਤਾ ਦੇ ਉੱਤੇ ਮੋਹਿਤ ਹੋ ਜਾਂਦੇ ਆ, ਪਰ ਅਗਾਂਹ ਜਾ ਕੇ ਬਾਈਬਲ ਉਹਨਾਂ ਲੋਕਾਂ ਦੇ ਲਈ ਕੀ ਆਖਦੀ ਆ। ਹਾਲੇਲੂਇਆ। ਅੱਜ ਦਾ ਵਚਨ ਮੈਂ ਕਿਸੇ ਇੱਕ ਵਿਸ਼ੇਸ਼ ਇਨਸਾਨ ਦੇ ਲਈ ਨਹੀਂ, ਬਲਕਿ ਹਰ ਇੱਕ ਦੇ ਲਈ, ਜਿਹੜੇ 70 80 90 ਸਾਲ ਦੇ ਬਜ਼ੁਰਗ ਵੀ ਆ, ਉਹਨਾਂ ਦੇ ਲਈ ਵੀ ਅੱਜ ਦਾ ਮੈਸੇਜ ਆ ਕਿ ਉਹ ਆਪਣੀਆਂ ਫੈਮਲੀਆਂ ਦੇ ਵੱਲ ਧਿਆਨ ਦੇਣ ਤੇ ਆਪਣੇ ਪਰਿਵਾਰਾਂ ਨੂੰ ਚੌਕਸ ਕਰਨ। ਕਿਉਂਕਿ ਅੱਜ ਸਾਡੇ ਬਜ਼ੁਰਗਾਂ ਦਾ, ਸਿਆਣਿਆਂ ਦਾ, ਪੜ੍ਹੇ ਲਿਖਿਆਂ ਦਾ, ਲੋਕਾਂ ਦਾ ਕੀ ਕਹਿਣਾ ਹੈਗਾ, ਕਹਿ ਦਿੰਦੇ ਆ ਬੇਟਾ ਜਦੋਂ ਤੇਰੀ ਉਮਰ ਵਿਆਹ ਦੀ ਹੋਣੀ ਹੈ, ਜੇ ਤੇਰੀ ਕੋਈ ਗੱਲਬਾਤ ਹੋਊ ਤੂੰ ਪਹਿਲਾਂ ਦੱਸਦਾ ਵੀ ਇਸ ਤੋਂ ਪਹਿਲਾਂ ਕਿ ਬਦਨਾਮੀ ਹੋਵੇ, ਤੇਰਾ ਰਿਸ਼ਤਾ ਉੱਥੇ ਕਰ ਦੇਵਾਂਗੇ। ਮੀਨਸ ਅਸੀਂ ਸਹਿਮਤ ਹੋ ਜਾਂਦੇ ਆ ਆਪਣੇ ਬੱਚਿਆਂ ਦੀ ਲਵ ਮੈਰਿਜ ਲਈ। ਅਸੀਂ ਸਹਿਮਤ ਹੋ ਜਾਂਦੇ ਆ ਤੇ ਇਹ ਨਹੀਂ ਪਤਾ ਅਸੀਂ ਸਹਿਮਤ ਕਾਹਦੇ ਨਾਲ ਹੁੰਦੇ ਆ, ਆਪਣੇ ਉਜਾੜੇ ਦੇ ਨਾਲ, ਗੁਲਾਮੀ ਦੇ ਵਿੱਚ ਅਸੀਂ ਮੇਰੇ ਜੋ ਸਹਿਮਤ ਹੋ ਜਾਂਦੇ ਆ। ਲਵ ਮੈਰਿਜ ਨੂੰ ਪਰ ਪਵਿੱਤਰ ਬਾਈਬਲ ਵਰਦਾਨ ਨਹੀਂ ਕਹਿੰਦੀ, ਸ਼ਰਾਪ ਆ। ਹਿੰਦੀ ਦੀ ਬਾਈਬਲ ਖੋਲੀਏ, ਉਤਪਤ ਦੀ ਕਿਤਾਬ 6 ਅਧਿਆਏ ਉਹਦੀ 1 2 3 ਆਇਤ ਪੜ੍ਹ ਦਈਏ। ਉਸ ਤੋਂ ਬਾਅਦ ਮੈਂ ਮੇਰੇ ਇਸ ਟੌਪਿਕ ਦੇ ਉੱਤੇ ਜਾਵਾਂਗਾ ਹਿੰਦੀ ਦੀ ਬਾਈਬਲ ਦੇ ਵਿੱਚ ਜਲਦੀ ਨਾਲ। ਉਤਪਤ 6 1 2 3 आयत। फिर जब मनुष्य भूमि के ऊपर बहुत बढ़ने लगे, आवाज घटाओ पहला, मेरी जितनी आवाज ना दिया करो कि उन्होंने आवाज वैसे ही बहुत है जी, जल्दी। और उनके बेटियां उत्पन्न हुई, तब परमेश्वर ने पुत्रों के परमेश्वर के पुत्रों ने मनुष्य की पुत्रियों को देखा, मनुष्य की पुत्रियों को देखा कि वे सुंदर है और उन्होंने जिसको चाहा उनसे विवाह कर लिया। जिससे चाहा उनसे विवाह कर लिया। टीम पूरी हो जाओ पहला, जिन्नी टीम पूरी होंदी ना जल्दी दे नाल, जिन्नी मेरी स्टेज दी टीम आ ओके आ जाए जल्दी नाल, नहीं तो दोबारा मैं चढ़ नहीं देना उत्ते स्टेज ते। हालेलुया। फिर पढ़िए एक बारी। फिर जब मनुष्य भूमि के ऊपर बहुत बढ़ने लगे, जब इंसान भूमि इस धरती पर बहुत बढ़ने लगे और उनके बेटियां उत्पन्न हुई, तब परमेश्वर के पुत्रों ने, लाइन पूरी किया करो, तब परमेश्वर के पुत्रों ने जो परमेश्वर ने पहला आदम बनाया सी, आदम तो अगां जिन्ने पैदा होए ने उन्हां दी गल कीती आ। परमेश्वर ने आदम नु अपने स्वरूप उत्ते बनाया सी ते लिखा गया परमेश्वर के पुत्रों ने मनुष्य की पुत्रियों को देखा कि वे सुंदर है। हालेलुया। सुंदरता ते मोहित हो जाते सी।
और लिखिया बाइबल दे विच, हाँ जी, और उन्होंने जिसको चाहा उनसे विवाह कर लिया। उनसे विवाह कर लिया। जिन्हां दा जी जिहदे उत्ते आया ਉਹਦੇ ਨਾਲ ਵਿਆਹ ਕਰ ਲਿਆ। ਪਰ ਪਰਮੇਸ਼ਵਰ ਨੇ ਆਦ ਵਿੱਚ 6ਵੇਂ ਦਿਨ ਜਦੋਂ ਮਰੇਜ਼ੋ ਇਨਸਾਨ ਨੂੰ ਪੈਦਾ ਕੀਤਾ ਤੇ ਇਨਸਾਨ ਦੇ ਲਈ ਸਹਾਇਕਾਂ ਜਿਹੜੀ ਬਣਾਈ ਉਹ ਪਰਮੇਸ਼ਵਰ ਦੀ ਆਪਣੀ ਮਰਜ਼ੀ ਦੇ ਨਾਲ ਸੀ ਔਰ ਆਦਮ ਚੋਂ ਕੱਢ ਕੇ ਤਿਆਰ ਕੀਤੀ। ਪਹਿਲੇ ਆਦਮ ਦੀ ਜਿਹੜੀ ਸ਼ਾਦੀ ਆ ਉਹ ਸ਼ਾਦੀ ਅਰੇਂਜ ਮੈਰਿਜ ਆ। ਜਿਹੜੀ ਪਹਿਲੇ ਆਦਮ ਦਾ ਵਿਆਹ ਆ ਉਹ ਅਰੇਂਜ ਮੈਰਿਜ ਆ, ਲੇਕਿਨ ਸੈਕੰਡ ਮੈਰਿਜ ਦੀ ਜਿਹੜੀ ਗੱਲ ਕੀਤੀ ਗਈ ਹੈ ਇੱਥੇ ਉਤਪਤ 6 ਦੇ ਵਿੱਚ ਸੈਕੰਡ ਮੈਰਿਜ ਦੀ ਗੱਲ ਕੀਤੀ ਆ। ਉਹ ਸੈਕੰਡ ਮੈਰਿਜ ਮੈਰਿਜ ਕਿੱਦਾਂ ਹੋਈ ਆ? ਇਨਸਾਨਾਂ ਨੇ, ਮਨੁੱਖਾਂ ਨੇ ਜਿਹੜੀਆਂ ਜਨਾਨੀਆਂ ਚੰਗੀਆਂ ਲੱਗੀਆਂ, ਔਰਤਾਂ ਚੰਗੀਆਂ ਲੱਗੀਆਂ, ਆਪਣੇ ਆਪਣੇ ਮਨ ਦੇ ਅਨੁਸਾਰ ਜਿਹਦੇ ਉੱਤੇ ਉਹਨਾਂ ਦਾ ਮਨ ਮੋਹਿਤ ਹੋਇਆ ਉਹਨੂੰ ਉਹਨਾਂ ਨੇ ਵਿਆਹ ਲਿਆ। ਤੇ ਬਾਈਬਲ ਦੂਸਰੀ ਔਰਤ ਨੂੰ ਦੂਜੀ ਨਜ਼ਰ ਨਾਲ ਵੇਖਣ ਵਾਲੇ ਨੂੰ ਕੀ ਕਹਿੰਦੀ ਆ? ਜਨਾਹਕਾਰ। ਆਪਣੀ ਪਸਲੀ ਤੋਂ ਇਲਾਵਾ ਜਦੋਂ ਦੂਸਰੇ ਦੀ ਔਰਤ ਨੂੰ ਆਪਣੀ ਪਤਨੀ ਵਾਲੀ ਅਮਨਸ਼ਾ ਨਾਲ ਦੇਖਾਂਗੇ ਤਾਂ ਪਰਮੇਸ਼ਵਰ ਦਾ ਵਚਨ ਉਹਨੂੰ ਜਨਾਹਕਾਰੀ ਦਰਸਾਉਂਦਾ ਹੈ ਕਿ ਇਹ ਜਨਾਹ ਆ। ਹਰੇਕ ਕੋਈ ਇਨਸਾਨ ਜਿਹੜਾ ਲਵ ਮੈਰਿਜ ਬਲੀਵ ਕਰਦਾ ਆ, ਉਹ ਧਿਆਨ ਨਾਲ ਸੁਣ ਲਵੇ, ਉਹ ਪਰਮੇਸ਼ਵਰ ਦੀ ਮਰਜ਼ੀ ਨਾਲ ਨਹੀਂ ਆ। ਕਈ ਆਤਮਿਕ ਲੋਕ ਸੰਸਾਰਿਕ ਲੋਕਾਂ ਦੇ ਉੱਤੇ ਮੋਹਿਤ ਹੋ ਜਾਂਦੇ ਆ। ਕੋਈ ਨਹੀਂ, ਉੱਥੇ ਜਾ ਕੇ ਬਚ ਜਾਵਾਂਗੇ, ਬਚਾ ਲਵਾਂਗੇ, ਧਿਆਨ ਦੇਣਾ। ਕਿਉਂਕਿ ਜਦ ਤੱਕ ਅਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਜਾਣ ਨਹੀਂ ਲੈਂਦੇਗੇ ਸਾਡੀ ਆਤਮਿਕ ਲਾਈਫ ਸ਼ੁਰੂ ਨਹੀਂ ਹੁੰਦੀ। ਤੇ ਲਵ ਮੈਰਿਜ ਪਲੱਸ ਅਰੇਂਜ ਮੈਰਿਜ ਵੀ ਬਾਈਬਲ ਦਾ ਇੱਕ ਉਹ ਅੰਗ ਆ, ਇੱਕ ਉਹ ਪਾਰਟ ਆ ਜਿਹਦੇ ਬਾਰੇ ਸਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਆ, ਜਿਹਦੇ ਬਾਰੇ ਸਾਨੂੰ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਆ। ਸਾਰੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਜੇ ਛੋਟੇ ਛੋਟੇ ਗਿਆਨ ਨੂੰ ਛੱਡ ਦਵਾਂਗੇ, ਸਮਝ ਲਓ ਕਿ ਤੁਹਾਡਾ ਵੱਡਾ ਗਿਆਨ ਵੀ ਥੋਥਾ ਆ, ਬੇਥੋਹਾ ਆ। ਦੂਸਰੀ ਸ਼ਾਦੀ ਜਿਹੜੀ ਇੱਥੇ ਹੋਈ ਆ, ਇਹ ਦੂਸਰੀ ਸ਼ਾਦੀ ਦੀ ਗੱਲ ਕੀਤੀ ਕਿ ਆਪਣੀ ਇੱਛਾ ਦੇ ਅਨੁਸਾਰ, ਆਪਣੇ ਮਨ ਦੇ ਅਨੁਸਾਰ ਜਿਹੜੀ ਸ਼ਾਦੀ ਆ, ਬਾਈਬਲ ਇਹਨਾਂ ਗੱਲਾਂ ਨੂੰ ਮੇਰੇ ਜੋ ਤਰਜੀਹ ਨਹੀਂ ਦਿੰਦੀ। ਜਦੋਂ ਇਹ ਕੰਮ ਹੋਇਆ ਉਸ ਤੋਂ ਬਾਅਦ ਪਰਮੇਸ਼ਵਰ ਨੇ ਕਿਹਾ ਕਿ ਹੁਣ ਆਦਮ ਦੀ ਉਮਰ ਨੂੰ ਮੈਂ ਨਿਸ਼ਚਿਤ ਕਰ ਦੇਣਾ। ਪਹਿਲੇ ਆਦਮ ਦੀ ਉਮਰ ਕਿੱਥੇ ਸੀ? ਬਾਈਬਲ ਬਿਆਨ ਕਰਦੀ ਆ ਕਿੰਨੀ ਉਮਰ ਸੀ? 930 ਸਾਲ। ਨੂਹ ਦੀ ਉਮਰ 950 ਸਾਲ। ਪਰ ਇੱਥੇ ਪਰਮੇਸ਼ਵਰ ਨੇ ਕੀ ਕੀਤਾ? ਅੱਗੇ ਪੜ੍ਹੀਏ। तब यहोवा ने कहा, मेरा आत्मा मनुष्य से सदा सदा लो विवाद करता ना रहेगा, क्योंकि मनुष्य भी शरीर ही है, उसकी आयु 120 वर्ष की होगी। ਇੱਥੇ ਬੰਦ ਦਿੱਤੀ ਉਮਰ ਹੋ ਕਹਿੰਦਾ 120 ਸਾਲ ਤੱਕ। ਤੇ ਜਦੋਂ ਅਸੀਂ ਅੱਗੇ ਜਾਂਦੇ ਆ ਲਿਖਿਆ ਆ 60 70 ਜਾਂ 80, ਉਸ ਤੋਂ ਵੱਧ ਨਹੀਂ। ਪਰਮੇਸ਼ਵਰ ਨੇ ਇਨਸਾਨ ਨੂੰ ਆਪਣੇ ਮਨਮਾਨੀ ਕਰਦਿਆਂ ਦੇਖ ਕੇ ਕਿਹਾ ਕਿ ਇਹ ਸਰੀਰ ਹੀ ਆ, ਪਰ ਮੈਂ ਹੁਣ ਇਹਨਾਂ ਦੀ ਉਮਰ ਨੂੰ ਇੱਕ ਲਿਮਟ ਚ ਬੰਨ ਦੇਣਾ ਆ 120 ਸਾਲ। ਔਰ ਅੱਗੇ ਮੇਰੇ ਜਦੋਂ ਪਰਮੇਸ਼ਵਰ ਨੇ ਇਹ ਸਭ ਕੁਝ ਦੇਖਿਆ ਉਸ ਤੋਂ ਬਾਅਦ ਪਰਮੇਸ਼ਵਰ ਨੇ ਬਾਈਬਲ ਦੇ ਵਿੱਚ ਦਿੱਤਾ, ਪੜਾਂਗੇ ਅਸੀਂ ਇਹਦੀ 5 ਆਇਤ ਨੂੰ। यहोवा ने देखा कि मनुष्यों की बुराई पृथ्वी पर बढ़ गई है। यहोवा ने देखा कि इंसान की बुराई जमीन पर बढ़ चुकी है। कितना बड़ी? हाँ जी। और उनके मन के विचार में जो कुछ उत्पन्न होता है, उनके मन के विचार में जो कुछ उत्पन्न होता है वह निरंतर बुरा ही होता है। वह लगातार बुरा ही होता है। अपने मन की इच्छा के अनुसार शादी करना, किसी दूसरी पर मोहित होना, जो परमेश्वर ने हमारे लिए तैयार नहीं किया उसको अपने वश में लेना, उस पर अपना अधिकार रखना। परमेश्वर कहता है कि ये मुझे अच्छा नहीं लगा। लव मैरिज हुंदी कितना है? जे लव होवे कि ये औरत ये लड़की मैंने बहुत सुंदर लगती है, मैं दसना चाहना है ਜਿਹੜਾ ਲਵ ਮੈਰਿਜ ਕਰਦਾ ਆ ਉਹ ਜਨਾਹ ਤੋਂ ਛੁੱਟ ਹੋਰ ਉਹਦੀ ਕੋਈ ਮਨਸ਼ਾ ਨਹੀਂ ਹੁੰਦੀ। ਅੱਜ ਤੋਂ ਪਹਿਲਾਂ ਜੋ ਹੋ ਗਿਆ ਸੋ ਛੱਡ ਦਿਓ। ਅੱਜ ਤੋਂ ਲੈ ਕੇ ਲਵ ਪਿਆਰ
ਤੇ ਜੇ ਇਸ ਪਿਆਰ ਨੂੰ ਬਾਈਬਲ ਜਨਾਹ ਕਹਿੰਦੀ ਆ ਤੇ ਸਾਡੀ ਸੋਚ, ਸਾਡੀਆਂ ਦਲੀਲਾਂ ਕੀ ਹੁੰਦੀਆਂ ਆ? ਨਹੀਂ ਜੀ ਵੈਸੇ ਹੀ ਮੈਨੂੰ ਤਾਂ ਸੋਹਣੀ ਲੱਗੀ, ਸੋਹਣੀ ਤਾਂ ਭੈਣ ਬਣਾ ਲਓ, ਸੋਹਣੀ ਹੈ ਤਾਂ ਮਾਂ ਦਾ ਦਰਜਾ ਦੇ ਦਿਓ, ਸੋਹਣੀ ਹੈ ਤਾਂ ਪਤਨੀ ਦਾ ਹੀ ਦਰਜਾ ਕਿਉਂ ਆ? ਧਿਆਨ ਦਿਓ, ਸੋਹਣੀ ਆ ਤਾਂ ਪਤਨੀ ਦਾ ਹੀ ਦਰਜਾ ਕਿਉਂ ਆ? ਘਰ ਦੇ ਵਿੱਚ ਧੀ ਵੀ ਬਣ ਸਕਦੀ ਆ, ਭੈਣ ਵੀ ਬਣ ਸਕਦੀ ਆ, ਮਾਂ ਵੀ ਬਣ ਸਕਦੀ ਆ, ਫਿਰ ਪਤਨੀ ਦਾ ਹੀ ਦਰਜਾ ਕਿਉਂ ਆ? ਇਹਦਾ ਮਤਲਬ ਉਹਨੂੰ ਅਸੀਂ ਪਤਨੀ ਦੇ ਦਰਜੇ ਨਾਲ ਦੇਖਦੇ ਆ। ਪਤਨੀ ਦਾ ਦਰਜਾ ਭਾਵ ਕੁਆਰੇਪਨ ਦੇ ਵਿੱਚ ਜਦੋਂ ਅਸੀਂ ਕਿਸੇ ਕੁਆਰੀ ਨੂੰ ਦੇਖਦੇ ਆ ਤੇ ਅਸੀਂ ਭੈਣ ਦੇ ਦਰਜੇ ਨਾਲ, ਪਤਨੀ ਦੇ ਦਰਜੇ ਨਾਲ, ਮੇਰੇ ਜੋ ਮਾਂ ਦੇ ਦਰਜੇ ਨਾਲ ਜਾਂ ਧੀ ਦੇ ਦਰਜੇ ਨਾਲ ਨਹੀਂ, ਅਸੀਂ ਪਤਨੀ ਦੇ ਦਰਜੇ ਨਾਲ। ਤਾਂ ਪਤਨੀ ਦਾ ਦਰਜਾ ਸਿੱਧਾ ਜਨਾਹ ਨੂੰ ਦਰਸਾਉਂਦਾ ਆ। ਹਾਲੇਲੂਇਆ। ਅੱਜ ਬਹੁਤ ਲੋਕਾਂ ਨੇ, ਬਹੁਤ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇਹ ਅੰਗਰੇਜ਼ ਛੂਟ ਦਿੱਤੀ ਆ। ਤੇ ਜਦੋਂ ਫਿਰ ਵਿਆਹ ਤੋਂ ਬਾਅਦ ਮੁਸ਼ਕਲਾਂ ਆਉਂਦੀਆਂ ਆ, ਫਿਰ ਮਾਪੇ ਕੀ ਕਹਿੰਦੇ? ਤੈਨੂੰ ਕਹਿੰਦੇ ਸੀ ਨਾ, ਨਾ ਕਰ, ਨਾ ਕਰ ਤੂੰ। ਜੇ ਸਾਡੀ ਸਲਾਹ ਨਾ ਕੀਤਾ ਹੁੰਦਾ ਤੇ ਅਸੀਂ ਕੋਈ ਗੱਲ ਕਰਨ ਵਾਲੇ ਹੁੰਦੇ। ਪਹਿਲਾਂ ਰਸਤਾ ਤਾਂ ਤੁਸੀਂ ਖੋਲਿਆ, ਰਸਤਾ ਤਾਂ ਤੁਸੀਂ ਖੋਲਿਆ, ਵੱਡਿਆਂ ਨੇ ਹੀ ਖੋਲਿਆ ਕਿ ਬੱਚੇ ਜੇ ਕੋਈ ਗੱਲ ਹੋਊਗੀ ਸਾਨੂੰ ਦੱਸ ਦੇਈਂ, ਅਸੀਂ ਰਜਾਮੰਦੀ ਨਾਲ ਹੀ ਸਾਰਾ ਕੁਝ ਕਰ ਲਾਂਗੇ ਵਿੱਚ ਵਿਚੋਲਾ ਪਾ ਕੇ। ਤੇ ਜਦੋਂ ਵਿਚੋਲਾ ਪਾ ਕੇ ਹੋ ਜਾਂਦਾ ਆ, ਮੁੜ ਕੇ ਨਿਭਦੀਆਂ ਨਹੀਂ ਆ, ਤਾਂ ਫਿਰ ਫਿਰ ਉਹਨਾਂ ਬੱਚਿਆਂ ਨੂੰ ਅਸੀਂ ਕੋਸਦੇ ਆ, ਆਪਣੀ ਕਿਸਮਤ ਨੂੰ ਅਸੀਂ ਕੋਸਦੇ ਆ। ਉਹਦਾ ਕਾਰਨ ਕੀ ਆ? ਕਿਉਂਕਿ ਪਰਮੇਸ਼ਰ ਨੂੰ ਜਨਾਹ ਪਸੰਦ ਨਹੀਂ ਆ। ਮੱਤੀ ਦੀ ਅੰਜੀਲ ਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ, ਮੱਤੀ 5 ਅਧਿਆਇ ਉਹਦੀ 27 ਤੇ 28 ਆਇਤ। ਚੌਕਸ ਹੋਵੋ ਇਹਨਾਂ ਗੱਲਾਂ ਤੋਂ। ਜੇ ਕਿਸੇ ਔਰਤ ਨੂੰ ਤੁਸੀਂ ਬੁਰੀ ਨਜ਼ਰ ਨਾਲ ਵੇਖ ਰਹੇ ਆ, ਸਮਝ ਲਓ ਤੁਸੀਂ ਆਪਣੇ ਮਨ ਤੋਂ ਜਨਾਹ ਕਰ ਰਹੇ ਆ। ਬਾਈਬਲ 'ਚ ਹਰ ਇੱਕ ਪਾਪ ਦੀ ਮਾਫੀ ਹੈ। ਯਿਸੂ ਮਸੀਹ ਕੋਲ ਹਰ ਇੱਕ ਪਾਪ ਦੀ ਮਾਫੀ ਹੈ। ਸਲੀਬ ਤੋਂ ਹਰ ਇੱਕ ਪਾਪ ਦੀ ਮਾਫੀ ਹੈ। ਬਲੱਡ ਤੋਂ ਹਰ ਇੱਕ ਪਾਪ ਦੀ ਮਾਫੀ ਹੈ। ਪਰ ਬਚਨਾਂ ਦੀ, ਜਨਾਹਕਾਰ ਦੀ ਕੋਈ ਵੀ ਮਾਫੀ ਨਹੀਂ ਆ। ਜਨਾਹ ਕਰਨ ਵਾਲੇ ਦੇ ਲਈ ਨਾ ਸਲੀਬ ਤੋਂ ਮਾਫੀ ਆ, ਨਾ ਯਿਸੂ ਦੇ ਬਲੱਡ ਤੋਂ ਮਾਫੀ ਆ, ਨਾ ਬਾਈਬਲ 'ਚ ਮਾਫੀ ਆ। ਕਿਉਂਕਿ ਇਹ ਮੇਰੇ ਜੋ ਪਾਪ, ਮੇਰੇ ਜੋ ਇਨਸਾਨ ਨੂੰ ਸਿੱਧਾ ਨਰਕ ਲੈ ਕੇ ਜਾਂਦਾ ਹੈ। ਪੜ੍ਹੀਏ ਮੱਤੀ ਦੀ ਅੰਜੀਲ, ਪੰਜਾਬੀ 'ਚ ਪੜ੍ਹਦੀ, ਮੱਤੀ ਦੀ ਅੰਜੀਲ 5 ਅਧਿਆਇ 27 28 ਆਇਤ। ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜਨਾਹ ਨਾ ਕਰ। ਇਹ 10 ਹੁਕਮਾਂ ਚੋਂ ਇੱਕ ਹੁਕਮ ਆ, ਤੂੰ ਜਨਾਹ ਨਾ ਕਰ। ਜਦੋਂ ਅਸੀਂ ਕੋਚ ਦੀ ਕਿਤਾਬ 20 ਦੇ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਹੁਕਮ ਆ ਬਾਈਬਲ ਦੇ ਵਿੱਚ ਪਰਮੇਸ਼ਰ ਨੇ 10 ਚੋਂ ਦਿੱਤਾ ਹੈ, ਤੂੰ ਜਨਾਹ ਨਾ ਕਰ। ਹਾਂਜੀ, ਤੁਸੀਂ ਸੁਣਿਆ ਕਿ ਭਾਈ ਤੂੰ ਜਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਜੇ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਆ, ਬੁਰੀ ਇੱਛਾ ਮੀਨਸ ਨਹੀਂ ਮੈਂ ਤਾਂ ਇਹਨੂੰ ਉਦਾਂ ਹੀ ਦੇਖਿਆ ਸੀ, ਮੈਂ ਮਾੜੀ ਨਜ਼ਰ ਨਾਲ ਥੋੜਾ ਦੇਖਿਆ। ਤੇ ਭੈਣ ਦੀ ਨਜ਼ਰ ਨਾਲ ਦੇਖ ਲਓ, ਮਾਂ ਵਾਲੇ ਦਰਜੇ ਦੀ ਨਜ਼ਰ ਨਾਲ ਦੇਖ ਲਓ, ਧੀ ਵਾਲੇ ਦਰਜੇ ਦੀ ਨਜ਼ਰ ਨਾਲ ਦੇਖ ਲਓ। ਹਾਲੇਲੂਇਆ। ਮੈਂ ਤਾਂ ਵੈਸੇ ਫੋਨ ਨੰਬਰ ਲਿਆ ਸੀ, ਉਹਦੇ ਭਰਾ ਦਾ ਫੋਨ ਨੰਬਰ ਲੈ ਲਓ, ਉਹਦੀ ਮਾਂ ਦਾ ਫੋਨ ਨੰਬਰ ਲੈ ਲਓ, ਉਹਦੇ ਪੇ ਦਾ ਫੋਨ ਨੰਬਰ ਲੈ ਲਓ। ਉਹਦਾ ਹੀ ਫੋਨ ਨੰਬਰ ਕਿਉਂ ਲੈ ਲਿਆ? ਉਹਦਾ ਹੀ ਫੋਨ ਨੰਬਰ ਕਿਉਂ ਤੁਸੀਂ ਲਿਆ? ਕਿਉਂਕਿ ਇਹਦੇ ਵਿੱਚ ਵੀ ਮਨ ਦੀ ਜਿਹੜੀ ਮਨਸ਼ਾ ਆ ਜਨਾਹ ਦੀ ਆ। ਤੁਸੀਂ ਜਨਾਹ ਬਾਰੇ ਨਹੀਂ ਵੀ ਸੋਚਿਆ, ਉਹਦੇ ਨਾਲ ਮਾੜਾ ਕੰਮ ਨਹੀਂ ਵੀ ਸੋਚਿਆ, ਲੇਕਿਨ ਮੇਰੇ ਜੋ ਸਾਡੀ ਜੇ ਕਹੀਏ ਕਿ ਦੇਖਣ ਦ੍ਰਿਸ਼ਟੀ ਇਦਾਂ ਦੀ ਆ, ਦੇਖਣ ਦ੍ਰਿਸ਼ਟੀ ਦੇ ਨਾਲ ਹੀ ਬਾਈਬਲ ਕੀ ਕਹਿੰਦੀ ਹੈ, ਜੇ ਤੂੰ ਔਰਤ ਨੂੰ, ਤੁਸੀਂ ਲਿਖਿਓ ਬਾਅਦ ਚ ਕਰਿਓ, ਸੋ ਤਦੋਂ ਹੀ ਤੂੰ ਨਹੀਂ ਮੁੜ ਕੇ। ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ। ਬੁਰੀ ਇੱਛਾ ਦੇ ਨਾਲ ਜਦੋਂ ਵੇਖਦਾ ਆ, ਉਦੋਂ ਹੀ ਉਹ ਜਨਾਹ, ਮਨ ਤੋਂ ਜਨਾਹ ਕਰ ਲੈਂਦਾ। ਹਾਲੇਲੂਇਆ। ਮਨ ਤੋਂ ਜਨਾਹ ਹੋ ਜਾਂਦਾ। ਜੇ ਅਸੀਂ ਵੱਧਦੇ ਜਾ ਰਹੇ ਹਾਂ, ਸ਼ਾਦੀ ਤੋਂ ਬਾਅਦ ਵੀ, ਲਵ ਮੈਰਿਜ ਤੋਂ ਬਾਅਦ ਵੀ, ਮੈਨੂੰ ਪਤਾ ਬਹੁਤ ਮੇਰੇ ਨਾਲ ਗੁੱਸੇ ਹੋਣੇ, ਬਹੁਤ ਮੇਰੇ ਨਾਲ ਨਾਰਾਜ਼ ਹੋਣੇ, ਹੋ ਸਕਦਾ ਅਗਲੇ ਐਤਵਾਰ ਨਾ ਵੀ ਹੋਣ, ਮੈਨੂੰ ਨਹੀਂ ਕੋਈ ਪ੍ਰੋਬਲਮ ਹੈਗੀ। ਜਿਹੜਾ ਵਚਨ ਨੂੰ ਨਹੀਂ ਸਹਿ ਸਕਦਾ, ਉਹ ਕਿਤੇ ਵੀ ਨਹੀਂ ਰਹਿ ਸਕਦਾ। ਕਿਉਂਕਿ ਕਿਤੇ ਨਾ ਕਿਤੇ ਕੋਈ ਇਦਾਂ ਦਾ ਵਿਸ਼ਾ ਆਉਣਾ ਹੈ ਜਿਹੜਾ ਸਾਨੂੰ ਝੱਲਣ ਤੋਂ ਬਾਹਰ ਹੋ ਜਾਣਾ ਹੈ। ਪਰ ਇਹ ਕਿ ਝੱਲ ਲੈਂਦਾ ਹੈ, ਉਹਦੇ ਲਈ ਆਸ਼ੀਸ਼, ਜਿਹੜਾ ਝੱਲਦਾ ਨਹੀਂ ਹੈ ਉਹਦੇ ਲਈ ਹਰ ਥਾਂ ਹੀ ਦੁੱਖ ਆ। ਜੇ ਕੋਈ ਬੁਰੀ ਨਜ਼ਰ ਨਾਲ ਤੀਵੀਂ ਨੂੰ, ਬੁਰੀ ਮਨਸ਼ਾ ਨਾਲ ਔਰਤ ਨੂੰ ਵੇਖਦਾ ਆ, ਉਹ ਆਪਣੇ ਮਨ ਤੋਂ ਜਨਾਹ ਕਰ ਲੈਂਦਾ। ਤੇ ਇਹ ਲੋਕ ਜਿਹੜੇ ਸੀ, ਜਦੋਂ ਉਤਪਤ 6 ਨੂੰ ਪੜਿਆ ਆ, ਉਹ ਆਪਣੀ ਮਰਜ਼ੀ ਨਾਲ ਜਿਹੜੀ ਸੁੰਦਰ ਔਰਤ ਮਿਲਦੀ ਸੀ, ਨਾਰੀ ਮਿਲਦੀ ਸੀ, ਉਹਨਾਂ ਵਿਆਹ ਕਰਦੇ ਸੀ, ਉਹਦੇ ਨਾਲ ਵਿਆਹ ਕਰਦੇ ਸੀ। ਇਸ ਗੱਲ ਨੂੰ ਅਯੂਬ ਨੇ ਵੀ ਪ੍ਰਗਟ ਕੀਤਾ। ਜਦੋਂ ਅਯੂਬ ਦੀ ਕਿਤਾਬ 31 ਅਧਿਆਇ ਪੜ੍ਹਦੇ ਅਸੀਂ, 1-2 ਆਇਤ ਹਿੰਦੀ ਦੀ ਪੜ੍ਹੀਏ।
ਅਯੂਬ ਦੀ ਕਿਤਾਬ 31 ਅਧਿਆਏ ਉਹਦੀ 1 ਔਰ 2 ਆਏ ਜਲਦੀ ਦੇ ਨਾਲ। मैंने अपनी आंखों के साथ वाचा बांधी है। मैंने अपनी आंखों के साथ वाचा बांधी है। ਇਹ ਅਯੂਬ ਦਾ ਕਹਿਣਾ ਹੈ। ਅਯੂਬ ਉਹ ਜਿਹੜਾ ਜਿਹਨੂੰ ਪਰਮੇਸ਼ਵਰ ਧਰਮੀ ਕਹਿੰਦਾ ਹੈ। ਅਯੂਬ ਉਹ ਜਿਹੜਾ ਆਪਣੀ ਧਾਰਮਿਕਤਾ ਦੇ ਲਈ ਸਭ ਕੁਝ ਗਵਾ ਕੇ ਬੈਠ ਗਿਆ। ਅਯੂਬ ਉਹ ਜਿਹੜਾ ਮੇਰੇ ਜੋ ਪਰਮੇਸ਼ਵਰ ਦੀ ਪਰਖ ਦੇ ਵਿੱਚ ਖਰਾ ਉਤਰਿਆ। कहना मैंने अपनी आंखों के साथ वाचा बांधी है, एक नेम बांध लिया है जी। फिर मैं किसी कुंवारी पर कैसे आंखें लगाऊं? जब मैंने अपनी आंखों के साथ एक वाचा बांध ली है तो मैं कैसे किसी कुंवारी को क्या आंखें लगाऊं? कुंवारी के साथ आंखें लगाऊं। ਤੁਹਾਨੂੰ पता कि अयूब दे ਧੀਆਂ पुत्र मर गए, सब कुछ मर गया, खत्म हो गया। ਉਹਦੀ ਪਤਨੀ ਕਿਉਂ ਨਹੀਂ ਮਰੀ? ਉਹਦੀ ਪਤਨੀ ਕਿਉਂ ਨਹੀਂ ਮਰੀ? ਕਿਉਂਕਿ ਪਰਮੇਸ਼ਵਰ ਦਾ ਵਾਅਦਾ ਸੀ ਕਿ ਮੈਂ ਇਹਨੂੰ ਦੁੱਗਣਾ ਦੇਣਾ ਆ। ਔਰ ਅਯੂਬ ਨੇ ਇੱਕ ਨੇਮ, ਇੱਕ ਵਾਅਦਾ ਕੀਤਾ ਸੀ ਆਪਣੀਆਂ ਅੱਖਾਂ ਨਾਲ ਕਿ ਮੈਂ ਕਿਸੇ ਕੁਆਰੀ ਨੂੰ ਆਪਣੀਆਂ ਅੱਖਾਂ ਨਾਲ ਇਦਾਂ ਨਹੀਂ ਦੇਖਣਾ ਜਿੱਦਾਂ ਮਤਲਬ ਲੋਕ ਦੇਖਦੇ ਆ। ਕਿਉਂਕਿ ਆਲਰੇਡੀ ਮੇਰੀ ਪਤਨੀ ਹੈ, ਮੇਰੀ ਪਸਲੀ ਮੇਰੇ ਕੋਲ ਹੈ। ਤੇ ਪ੍ਰਭੂ ਨੂੰ ਪਤਾ ਸੀ ਕਿ ਇਹਨੇ ਨੇਮ ਬੰਨਿਆ ਹੋਇਆ ਆ ਔਰ ਇਹਨੂੰ ਪਤਾ ਆ ਕਿ ਜੇ ਤੂੰ ਦੂਸਰੀ ਔਰਤ ਨਾਲ ਵਿਆਹ ਕਰਾਏਗਾ ਤਾਂ ਉਹ ਸਿੱਧਾ ਜਨਾਹ ਦਾ ਰੂਪ ਜਾਵੇਗਾ ਤੇ ਮੈਂ ਜਨਾਹ ਨਹੀਂ ਕਰਨਾਗਾ। ਤੇ ਪਰਮੇਸ਼ਵਰ ਨੇ ਜਨਾਹ ਮੇਰੇ ਅਯੂਬ ਦੀ ਪਤਨੀ ਨੂੰ ਨਹੀਂ ਮਾਰਿਆ, ਕਿਉਂਕਿ ਪਰਮੇਸ਼ਵਰ ਨੇ ਅਯੂਬ ਨੂੰ ਫਿਰ ਧੀਆਂ ਪੁੱਤਰ ਦੇਣੇ ਸੀ। ਤੇ ਜੇ ਅਯੂਬ ਦੀ ਪਤਨੀ ਮਰ ਜਾਂਦੀ, ਅਯੂਬ ਇਸ ਗੱਲ ਦੇ ਉੱਤੇ ਸੀ ਕਿ ਮੈਂ ਦੂਸਰੀ ਪਤਨੀ ਕਰਨੀ ਨਹੀਂ ਆ, ਨਾ ਦੂਜੇ ਵੱਲ ਦੇਖਣਾ ਨਹੀਂ ਆ। ਤੇ ਜੇ ਉਹਨੂੰ ਮਾਰ ਦਿੰਦਾ ਤਾਂ ਉਹਨੂੰ ਦੂਜੀ ਪਤਨੀ ਕਰਨੀ ਪੈਣੀ ਸੀ। ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਇੱਕ ਨੇਮ ਬੰਨਿਆ ਆ, ਇਹਨਾਂ ਅੱਖਾਂ ਦੇ ਨਾਲ ਇੱਕ ਨੇਮ ਬੰਨਿਆ ਆ, ਵਾਅਦਾ ਕੀਤਾ ਆ ਕਿ ਮੈਂ ਕਿਸੇ ਦੂਜੀ ਕੁਆਰੀ ਨੂੰ ਨਹੀਂ ਵੇਖਣਾ। ਕਿੱਦਾਂ ਵੇਖਣਾ ਆ? ਜਿੱਦਾਂ ਪਹਿਲਾਂ ਵੀ ਕਿਹਾ ਕਿ ਧੀ ਦੇ ਰੂਪ ਦੇ ਵਿੱਚ, ਭੈਣ ਦੇ ਰੂਪ ਦੇ ਵਿੱਚ, ਮਾਂ ਦੇ ਰੂਪ 'ਚ ਦੇਖ ਲੈਣਾ, ਪਰ ਗੱਲ ਕੁਆਰੀ ਦੀ ਕੀਤੀ ਗਈ ਆ। ਗੱਲ ਕੁਆਰੀ ਦੀ ਕੀਤੀ ਗਈ ਆ। ਤੇ ਜਦੋਂ ਕੁਆਰੀ ਦੀ ਗੱਲ ਕਰਦੇ ਆ ਉਦੋਂ ਮੇਰੇ ਜੋ ਸ਼ਾਦੀ ਦਾ ਦਿਮਾਗ ਦੇ ਵਿੱਚ ਉਸ ਵੀ ਲੈ ਜਾਂਦਾ ਕਿ ਹਾਂ ਇਹ ਕੁਆਰੀ ਦਾ ਨਾਮ ਇਸ ਕਰਕੇ ਕੁਆਰੀ ਕਿਹਾ ਗਿਆ ਕਿ ਇਹ ਤਾਂ ਵਿਆਹ ਦਾ ਹੁਣ ਟਾਈਮ ਹੋ ਗਿਆ। ਅਯੂਬ ਦੀ ਪਤਨੀ ਕਿਉਂ ਨਹੀਂ ਮਾਰੀ ਗਈ? ਬੱਚੇ ਮਾਰ ਦਿੱਤੇ ਗਏ, ਅਯੂਬ ਦੇ ਹਾਲਾਤ ਮੌਤ ਤੱਕ ਮਤਲਬ ਚਲੇ ਗਏ, ਕੀੜੇ ਪੈ ਗਏ, ਸਭ ਕੁਝ ਏਦਾਂ ਦਾ ਹੋ ਗਿਆ ਕਿ ਦੇਖਣ ਵਾਲੇ ਨੂੰ ਲੱਗਦਾ ਹੀ ਨਹੀਂ ਸੀ ਕਿ ਬਚੇਗਾ। ਪਰ ਅਯੂਬ ਦੀ ਪਤਨੀ ਨੂੰ ਮਾਰਿਆ ਨਹੀਂ ਗਿਆ ਕਿਉਂਕਿ ਉਹਨੇ ਵਾਚਾ ਵਾਦੀ ਸੀ, ਦੂਜੇ ਨਾਲ ਨਹੀਂ। ਰੱਬ ਨੇ ਜਿਹੜੀ ਮੈਨੂੰ ਦਿੱਤੀ ਹੈ, ਜਿਵੇਂ ਬਾਈਬਲ ਬਿਆਨ ਕਰਦੀ ਆ ਕਿ ਪਰਮੇਸ਼ਵਰ ਨੇ ਆਦਮ ਨੂੰ ਬਣਾਉਣ ਤੋਂ ਬਾਅਦ ਪਰਮੇਸ਼ਵਰ ਨੇ ਉਹਦੀਆਂ ਪਸਲੀਆਂ ਚੋਂ ਇੱਕ ਪਸਲੀ ਕੱਢੀ ਜਿਹੜੀ ਉਹਦੀ ਪਤਨੀ ਕਹਿਲਾਈ ਗਈ ਆ। ਤੇ ਜੋੜੀਆਂ ਪਰਮੇਸ਼ਵਰ ਦੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਆ। ਜੇ ਸਾਨੂੰ ਪੈਦਾ ਕੀਤਾ ਪਰਮੇਸ਼ਵਰ ਨੇ, ਸਾਡੀ ਪਸਲੀ ਵੀ ਕਿਤੇ ਪੈਦਾ ਕੀਤੀ ਆ। ਹਾਲੇਲੂਇਆ। ਹੁਣ ਧਿਆਨ ਦਿਓ, ਇੱਕ ਨੌਜਵਾਨ ਜਿਹਦੇ ਲਈ ਪਰਮੇਸ਼ਵਰ ਨੇ ਉਹਦੀ ਪਸਲੀ ਵੀ ਤਿਆਰ ਕੀਤੀ ਆ। ਪਰਮੇਸ਼ਵਰ ਖੜਾ ਆ ਇੱਕ ਨੌਜਵਾਨ ਦੀ ਪਸਲੀ ਲੈ ਕੇ, ਇੱਕ ਨੌਜਵਾਨ ਦੀ ਪਸਲੀ ਲੈ ਕੇ ਪਰਮੇਸ਼ਵਰ ਖੜਾ ਆ ਕਿ ਇੱਕ ਸਮਾਂ ਆਵੇਗਾ ਇਸ ਨੌਜਵਾਨ ਨੂੰ ਮੈਂ ਇਹਦੀ ਪਸਲੀ ਦੇ ਦੇਣੀ ਆ। ਉਹ ਪਸਲੀ ਪਰਮੇਸ਼ਵਰ ਨੇ ਆਪਣੇ ਕੋਲ ਆਪਣੇ ਲਈ ਨਹੀਂ ਫੜੀ ਹੋਈ, ਉਸ ਨੌਜਵਾਨ ਵਾਸਤੇ। ਤੇ ਜੇ ਹੁਣ ਉਹ ਨੌਜਵਾਨ ਆਪਣੀ ਇੱਛਾ ਦੀ ਪਸਲੀ ਲੈ ਕੇ ਰੱਬ ਲਾਗੇ ਲੱਗ ਜਾਵੇ, ਉਹਨੂੰ ਤਾਂ ਟੱਚੀ ਮੰਨਿਆ ਵੇ। ਰੱਬ ਸਾਡੀ ਪਸਲੀ ਲੈ ਕੇ ਖੜਾ ਆ, ਅਸੀਂ ਕਿਸੇ ਦੂਜੇ ਦੀ ਪਸਲੀ ਲੈ ਕੇ ਲਾਗੇ ਉਹਦੇ ਲੰਘ ਜਾਂਦੇ ਆ। ਉਹਨੂੰ ਕਿੰਨਾ ਗੁੱਸਾ ਆਉਂਦਾ ਹੋਏਗਾ ਕਿ ਮੈਂ ਤੇਰੀ ਪਸਲੀ ਲੈ ਕੇ ਖੜਾ ਆ ਤੇ ਤੂੰ ਦੂਜੀ ਲੈ ਕੇ ਫਿਰਦਾ ਆ। ਹਾਲੇਲੂਇਆ। ਬਾਈਬਲ ਨਹੀਂ ਮੇਰੇ ਇਸ ਗੱਲ ਨੂੰ ਤਰਜੀਹ ਦਿੰਦੀ ਕਿ ਕੋਈ ਲਵ ਮੈਰਿਜ ਕਰੇ। ਇਹਦਾ ਰਿਜ਼ਲਟ ਆ ਜਦੋਂ ਤੁਸੀਂ ਅਯੂਬ ਦੀ ਕਿਤਾਬ 'ਚ ਇਸੇ 31 ਅਧਿਆਇ 'ਚ ਪੜੋਗੇ, ਬੜੇ ਖਤਰਨਾਕ ਰਿਜ਼ਲਟ ਦਿੱਤੇ ਗਏ ਆ। ਅਯੂਬ ਕਹਿੰਦਾ ਕਿ ਜੇ ਮੈਂ ਕਿਸੇ ਦੂਜੇ ਦੀ ਕੁਆਰੀ ਨੂੰ ਆਪਣੀ ਬਣਾਵਾਂ, ਮੇਰੀ ਕਿਸੇ ਦੂਜੇ ਦੇ ਲਈ ਪੀਸੇ ਦਾ ਮਤਲਬ ਦੂਜੇ ਦੇ ਲਈ ਦੂਜੇ ਦੀ ਗੋਲੀ ਬਣ ਜਾਵੇ, ਦੂਜੇ ਦੀ ਚੱਕੀ ਪੀਵੇ। ਜੇ ਮੈਂ ਕਿਸੇ ਨੂੰ ਬੁਰੀ ਨਜ਼ਰ ਨਾ ਵੇਖਾਂ ਤਾਂ ਮੇਰੀ ਪਤਨੀ ਕਿਸੇ ਦੂਜੇ ਦੀ ਗੋਲੀ ਬਣ ਜਾਏ। ਕਹਿੰਦਾ ਰੱਬਾ ਮੈਂ ਚਾਹੁੰਦਾ ਕਿ ਐਦਾਂ ਹੋਵੇ ਮੇਰੇ ਨਾਲ। 31 ਅਧਿਆਇ ਨੂੰ ਪੜ੍ਹ ਕੇ ਦੇਖਿਓ।
ਮੈਂ ਹੈਰਾਨ ਸੀ ਪਰਮੇਸ਼ਰ ਤੋਂ ਕਿ ਪ੍ਰਭੂ ਨੇ ਮੈਨੂੰ ਵਚਨ ਕਿੱਥੋਂ ਦੇਤਾ ਹੈ। ਮੈਂ ਨਾ ਲਵ ਮੈਰਿਜ ਨਾ ਅਰੇਂਜ ਮੈਰਿਜ ਦੀ ਗੱਲ ਕਰਨੀ, ਤੇ ਨਾ ਹੀ ਮੈਨੂੰ ਐ ਲੱਗਦਾ ਕਿ ਕਿਸੇ ਬੰਦੇ ਦਾ ਦਿਲ ਦੁਖੇ। ਪਰ ਜੇ ਹੁਣ ਬਾਈਬਲ ਹੀ ਦਿਲ ਦਿਖਾਉਣ ਤੇ ਆ ਜਾਵੇ, ਜੇ ਪਰਮੇਸ਼ਰ ਦੀ ਮਰਜ਼ੀ ਹੀ ਦਿਲ ਦਿਖਾਉਣ ਤੇ ਆ ਜਾਵੇ, ਤਾਂ ਸਮਝ ਲਓ ਕਿ ਹੁਣ ਥੋੜੇ ਸਮੇਂ ਲਈ ਸਾਡਾ ਦਿਲ ਜ਼ਰੂਰ ਦੁਖਣਾ ਆ, ਪਰ ਅੱਗੇ ਸਾਡਾ ਦਿਲ ਬਹੁਤ ਖੁਸ਼ ਤੇ ਸ਼ਾਂਤ ਹੋਣਾ ਆ। ਹਾਲੇਲੂਇਆ। ਅਗਲੇ ਦੁੱਖ ਤੋਂ ਬਚਾਉਣ ਦੇ ਲਈ ਪਰਮੇਸ਼ਰ ਹੁਣ ਜ਼ਰੂਰ ਮੇਰੇ ਤੋਂ ਸਾਨੂੰ ਲੱਗਦਾ ਹੋਣਾ ਕਿ ਇਹ ਚੰਗਾ ਨਹੀਂ ਕਰ ਰਿਹਾ। कहता मैंने अपनी आंखों से बांचा बांधी है। हाँ, फिर मैं किसी कुंवारी पर कैसे आंखें लगाऊं? फिर मैं किसी कुंवारी पर कैसे आंखें लगाऊं? कि जे मेरे परमेश्वर ने आदम की पसली कट के साम लई ते फिर मुड़ के आदम नूं दे दित्ती समय अनुसार, मेरी पसली भी परमेश्वर ने सांभी सी ते समय नाल दे दित्ती आ। मैं हुण दूजे वल ध्यान नहीं दवांगा। ਅੱਜ ਪਸਲੀਆਂ ਸੈੱਟ ਨਹੀਂ ਹੋ ਪਾ ਰਹੀਆਂ, ਅੱਜ ਪਸਲੀਆਂ ਸੈੱਟ नहीं हो पा रही। जी आगे। क्योंकि परमेश्वर स्वर्ग में कौन सा भाग और सर्वशक्तिमान ऊपर से कौन सी संपत्ति बांटता है? क्योंकि परमेश्वर स्वर्ग में कौन सा स्वर्ग भाग में कौन सा भाग और सर्वशक्तिमान ऊपर से और परमेश्वर ऊपर से कौन सी संपत्ति बांटता है? कौन सी संपत्ति बांटता है। बांटता है। कि मैनू नहीं पता कि परमेश्वर ने स्वर्गों मेरे लिए की तैयार किया है, उन्हें मेरे लिए की योजना बनाई है, उन्हें मेरे नाल की करना है। कि मैं दसना चाहता हां, जदों याकूब अपने मामे लबान के घर दे विच गया तो ओदियां दो बेटियां, वड्डी लिया ते छोटी राखेल, लिखिया बाइबल दे विच कि याकूब दियां अखियां राखेल दे नाल लग गईयां, छोटी नाल लग गईयां। लिखिया याकूब राखेल दे नाल प्यार करन लग पिया। लिया वड्डी 7 साल अपने मामे लाबान के घर दे विच उन्हें चाकरी की। 7 साल तो बाद उन्हें फल मिलना सी। मामे ने पूछा कि हाँ दस हुण तू की चाहुंदा आ? वो कहंदा राखेल जिहड़ी मेरी पत्नी बनन नूं मैनूं दे दिओ, क्योंकि मेरी अखियां उन्हां लग गईयां आ। तो उन्होंने कहा कि जब तक वड्डी कुआरी आ तद तक छोटी नहीं ब्याही जा सकती। तो कहंदा मैं इस अपनी राखेल दे लई, अपनी मन पसंद दे लई मैं 7 साल होर तेरे घर चाकरी करांगा, तेरे डंगर चारांगा, पर मैं ब्याह ओहदे नाल ही कराउणा। 7 साल होर 14 साल चाकरी कीती। पहला वड्डी ब्याही फिर छोटी ब्याही। भाव अपनी पसंदीदा ब्याह करन दे लई उन्हें मेरे जो 7 साल नौकरी दा कीती अपने सौरे घर दे विच, प्लस मेरे जो ने लव मैरिज कीती। तो बाइबल बयान करदी है छोटी राखेल दी कुख खुदा दे वल्लों बंद सी, क्योंकि राखेल नाम आ राखेल औरत दा। राखेल जिहड़ी सी याकूब दी मनपसंद औरत सी, ते परमेश्वर नहीं चाहुंदा सी ओहदे नाल। परमेश्वर कहंदा वड्डी नाल। परमेश्वर ने पसली कोई तैयार की हुंदी, असीं कोई सैट करन नूं फिरदे हुंदे आ। नौजवान ध्यान दिओ, बुजुर्ग ध्यान दिओ अपनी फैमिलियां दे वल, क्योंकि मुश्किलां ते परेशानियां दा दौर उदों शुरू हो जांदा जदों परमेश्वर दे वचन तो बगैर असीं दौड़दे भजदे आ। याकूब दे लई परमेश्वर ने लिया तैयार कीती सी, पर ओदियां अखियां नूं ओदी छोटी भैण राखेल पसंद आ गई। हुण जिहड़ा प्यार आ इह अन्ना आ। 7 साल चाकरी की, 7 दिन किसी की नौकरी करनी बड़ी औखी आ। 7 घंटे किसी के अधीन रहना बड़ा औखा आ। घर आके 100 भांडे भनदे आ। जो शाम नूं 8 घंटे काम करके दिहाड़ी करके आउंदे ना, ते घरे आके भांडे भनदे, पहला रोटी नहीं बना के रखी, सब्जी नहीं बना के रखी, मेरी मनपसंद चीज बना के रखी। ते इह 7 साल एक औरत वास्ते, ते 7 साल होर उस औरत वास्ते मेरे उसने चाकरी की। 14 साल चाकरी की, फल की मिलिया? वो फिर लड़दी सी ओहदे नाल। ਜਦੋਂ ਤੁਸੀਂ याकूब ਦੇ ਜੀਵਨ ਨੂੰ ਪੜੋਗੇ ਨਾ, याकूब ਦੇ ਵਿਆਹ ਤੋਂ ਬਾਅਦ, ਤਾਂ ਦੇਖਿਓ ਕਿ याकूब ਕਿੰਨਾ ਪਰੇਸ਼ਾਨ ਸੀ।
ਯਾਕੂਬ ਕਿੰਨਾ ਪਰੇਸ਼ਾਨ ਸੀ, ਸਿਰਫ ਇੱਕ ਲਵ ਮੈਰਿਜ ਕਰਕੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਸਮਝਿਆ ਕਿ ਮੇਰੀ ਬਹੁਤ ਵੱਡੀ ਖੁਸ਼ੀ ਆ, ਮੈਨੂੰ ਦੁਨੀਆ ਦਾ ਸਾਰਾ ਕੁਝ ਸੁੰਦਰਤਾ ਮਿਲ ਗਈ ਹੈ, ਸਭ ਕੁਝ ਮਿਲ ਗਿਆ। ਪਰ ਉਹਦੀ ਜ਼ਿੰਦਗੀ ਜਦੋਂ ਦੇਖਦੇ ਆ ਬਾਈਬਲ ਪੜ੍ਹ ਕੇ, ਬੜਾ ਦੁਖੀ ਸੀ। ਯਾਕੂਬ ਉਹਨਾਂ ਸਮਿਆਂ 'ਚ ਬੜਾ ਦੁਖੀ ਸੀ। 20 ਤੋਂ ਜ਼ਿਆਦਾ ਸਾਲ ਉਹਨੇ ਦੁੱਖ 'ਚ ਹੀ ਕੱਢੇ, ਨਿਰਾਸ਼ਾ 'ਚ ਹੀ ਕੱਢੇ, ਪਰੇਸ਼ਾਨੀਆਂ 'ਚ ਹੀ ਉਹਨੇ ਕੱਢੇ। ਜਦੋਂ ਵੱਡੀ ਦੇ ਪੁੱਤਰ ਹੁੰਦਾ ਸੀ ਤੇ ਛੋਟੀ ਵੀ ਕਹਿੰਦੀ ਮੇਰੇ ਵੀ ਹੋਣਾ ਚਾਹੀਦਾ, ਪਰ ਛੋਟੀ ਨੂੰ ਇਹ ਵੀ ਪਤਾ ਸੀ ਕਿ ਮੈਂ ਬਾਂਝ ਆ। ਵੱਡੀ ਦੇ ਪੁੱਤਰ ਦੂਜਾ ਹੋਇਆ ਤੇ ਮੇਰੇ ਉਹਨੇ ਆਪਣੀ ਨੌਕਰਾਨੀ ਲੈ ਕੇ ਖੜੀ ਕਰ ਦਿੱਤੀ ਛੋਟੀ ਨੇ ਕਿ ਮੇਰੇ ਲਈ ਇਹ ਤੋਂ ਪੁੱਤਰ ਪੈਦਾ ਕਰ। ਜਦੋਂ ਉਹ ਤੋਂ ਪੁੱਤਰ ਪੈਦਾ ਕੀਤਾ, ਦੁੱਧ ਨਹੀਂ ਉਤਰਦਾ ਸੀ, ਫੇਰ ਕਹਿੰਦੀ ਸੀ ਕਿ ਦੁੱਧੀਆਂ ਧਾਰੀਆਂ ਲੈ ਲਾ, ਪਰ ਦੁੱਧ ਪਿਲਾਉਣਾ ਹੀ ਪਿਲਾਉਣਾ ਆ। ਇੰਨਾ ਦੁੱਖ, ਇੰਨਾ ਕਸ਼ਟ ਸੀ। ਕਾਰਨ ਕੀ ਸੀ ਕਿ ਆਪਣੀ ਮਨ ਮਰਜ਼ੀ ਦੀ ਲੱਭ ਲਈ। ਤੇ ਅੱਜ ਮਨ ਮਰਜ਼ੀਆਂ ਜਿਹੜੀਆਂ ਚੱਲਦੀਆਂ ਆ ਮੇਰੇ, ਉਹ ਦੁੱਖ ਦਿੰਦੀਆਂ ਆ, ਕਸ਼ਟ ਦਿੰਦੀਆਂ ਆ, ਪਰੇਸ਼ਾਨੀਆਂ ਦਿੰਦੀਆਂ ਆ। ਇਹਨਾਂ ਚੋਂ ਬਚਣ ਦੀ ਸਾਨੂੰ ਲੋੜ ਆ। ਜੋ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਆ, ਉਹਦੀ ਵੇਟ ਕਰੋ। ਜੋ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ, ਉਹਦੀ ਵੇਟ ਕਰੋ, ਕਿਉਂਕਿ ਜੋ ਖੁਦਾ ਨੇ ਤਿਆਰ ਕੀਤਾ ਉਹ ਵਧੀਆ ਹੋਵੇਗਾ। ਜੋ ਪਰਮੇਸ਼ਵਰ ਨੇ ਤਿਆਰ ਕੀਤਾ ਆ ਉਹ ਵਧੀਆ ਹੋਵੇਗਾ। ਤੇ ਜਿਹੜਾ ਮੇਰੇ ਜੋ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਹੀ ਨਹੀਂ ਕੀਤਾ, ਕਿ ਉਹ ਕਦੀ ਵੀ ਵਧੀਆ ਨਹੀਂ ਹੋਵੇਗਾ, ਕਦੀ ਵੀ ਵਧੀਆ ਨਹੀਂ ਹੋਵੇਗਾ। ਦੂਜੇ ਦਾ ਘਰ ਦੇਖ ਕੇ ਆਪਣੇ ਘਰ ਨੂੰ ਅਸੀਂ ਅੱਗ ਨਹੀਂ ਲਾ ਸਕਦੇ। ਸਾਡਾ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਸਾਨੂੰ ਉਹਨੂੰ ਹੀ ਸੁੰਦਰ ਕਹਿਣਾ ਪੈਣਾ ਆ, ਉਹਦੇ ਉੱਤੇ ਹੀ ਸਾਨੂੰ ਸਬਰ ਕਰਨਾ ਪੈਣਾ ਹੈ, ਤੇ ਉਹਨੂੰ ਐਕਸੈਪਟ ਕਰਨਾ ਪੈਣਾ ਹੈ ਕਿ ਇਹ ਰੱਬ ਦੇ ਵੱਲੋਂ ਦਾਤ ਆ ਜਿਹੜੀ ਮੈਨੂੰ ਦਿੱਤੀ ਗਈ ਹੈ। ਹਾਲੇਲੂਇਆ। ਕਿਸੇ ਦਾ ਬੱਚਾ ਭਾਵ ਤੁਹਾਡੇ ਕੋਲ ਬੱਚਾ ਹੈਗਾ ਆਪਣਾ, ਜੇ ਤੁਹਾਨੂੰ ਕੋਈ ਗੁਆਂਢੀ ਕਹਿ ਜਾਏ ਕਿ ਆ 1 ਸਾਲ ਤੁਸੀਂ ਸਾਡਾ ਬੱਚਾ ਪਾਲ ਦਿਓ, ਪਾਲ ਦੋਗੇ? ਪਾਲ ਲਓਗੇ? ਬੋਲੋ। 1 ਸਾਲ ਕੋਈ ਪਾਲ ਸਕਦਾ ਕਿਸੇ ਦੂਜੇ ਦਾ ਬੱਚਾ? ਫਿਰ ਦੂਜੇ ਦੀ ਪਸਲੀ ਸਾਰੀ ਉਮਰ ਪਾਲਣ ਲਈ ਅਸੀਂ ਤਿਆਰ ਹੋ ਜਾਂਦੇ ਆ। ਦੂਜੇ ਦੀ ਪਸਲੀ ਨੂੰ ਪਾਲਣ ਲਈ ਸਾਰੀ ਉਮਰ ਤਿਆਰ ਹੋ ਜਾਂਦੇ ਕਿ ਮੈਂ 7 ਜਨਮ ਹੀ ਉਹਨਾਂ ਕੱਢਣ ਨੂੰ ਤਿਆਰ ਆ। ਯਾਕੂਬ ਵੀ ਕਹਿੰਦਾ ਹੁਣ ਮੈਂ 7 ਜਨਮ ਉਹਦੇ ਨਾਲ ਕੱਢਣ ਨੂੰ ਤਿਆਰ ਆ, ਪਰ ਪਹਿਲੇ ਇਸੇ ਜਨਮ ਦੇ ਵਿੱਚ ਦੁਖੀ ਹੋ ਗਿਆ। ਕਹਿੰਦਾ ਬਹੁਤ ਔਖਾ ਆ, ਬਹੁਤ ਔਖਾ ਆ। ਮੈਂ ਕਿਸੇ ਦੇ ਵਚਨ ਨਹੀਂ ਕਹਿੰਦਾਗਾ, ਮੈਂ ਬਾਈਬਲ ਦਾ ਵਚਨ ਦੱਸਦਾ ਆ। ਮੈਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਦਾ, ਕਿਸੇ ਦੀ ਪਰਸਨਲ ਲਾਈਫ ਦੇ ਉੱਤੇ ਮੈਂ ਕਿਸੇ ਦੀ ਝਾਤ ਨਹੀਂ ਮਾਰਦਾ, ਕਦੇ ਨਾਮ ਕਿਸੇ ਨੂੰ ਉਂਗਲ ਚੁੱਕਦਾ ਆ। ਮੈਂ ਬਾਈਬਲ ਦੀ ਗੱਲ ਦੱਸਦਾ ਆ ਕਿ ਇਹ ਕੰਮ ਜਿਹੜਾ ਆ ਸਾਡੀ ਜ਼ਿੰਦਗੀ 'ਚ ਆਉਣ ਵਾਲੇ ਸਮੇਂ 'ਚ ਮੁਸ਼ਕਲਾਂ ਪੈਦਾ ਕਰ ਸਕਦਾ ਆ। ਅਯੂਬ ਕਿੱਦਾਂ ਦੇ ਵਾਅਦੇ ਕਰਦਾ ਆ ਪਰਮੇਸ਼ਵਰ ਨਾਲ, ਦੂਜੀ ਨਾਰੀ ਨੂੰ ਆਪਣੀਆਂ ਅੱਖਾਂ ਤੋਂ ਕਦੀ ਦੇਖਾਂਗਾ ਵੀ ਨਹੀਂ ਕਹਿੰਦਾ। ਬੇਸ਼ੱਕ ਮੈਂ ਕੁਆਰਾ ਆ, ਚਾਹੇ ਮੈਂ ਵਿਆਹਿਆ ਆ, ਪਰ ਮੈਂ ਕਹਿੰਦਾ ਆਪਣੀਆਂ ਅੱਖਾਂ ਤੋਂ ਕਿਸੇ ਦੂਜੀ ਨੂੰ ਨਹੀਂ ਵੇਖਾਂਗਾ। ਜਿਹੜੀ ਮੇਰੀ ਆ ਮੈਂ ਉਹਨੂੰ ਹੀ ਦੇਖਾਂਗਾ, ਜਿਹੜੀ ਮੇਰੀ ਆ ਮੈਂ ਉਹਨੂੰ ਹੀ ਦੇਖਾਂਗਾ। पढ़िए दी 9 आयत हिंदी च पढ़ते जी। यदि मेरा हृदय किसी स्त्री पर मोहित हो गया हो, यदि मेरा हृदय किसी स्त्री पर मोहित हो गया हो, और मैं अपने पड़ोसी के द्वार पर घात में बैठा हूँ, मैं अपने पड़ोसी के द्वार पर घात पर बैठा हूँ, तो मेरी स्त्री दूसरे के लिए पीसे, मेरी स्त्री दूसरे के लिए पीसे। ਕਿਸੇ ਦੀ ਬਸਲੀ ਨੂੰ ਆਪਣੀ ਬਣਾਉਣਾ। ਕਹਿੰਦਾ ਜੇ ਮੇਰੇ ਚ ਐਦਾਂ ਦਾ ਕਿਤੇ ਆ ਗਿਆ ਤੇ ਉਹ ਕਿਸੇ ਦੂਜੇ ਦੀ ਗੋਲੀ ਬਣ ਜਾਵੇ ਜਾ ਕੇ। ਇਹ ਰੱਬ ਨਾਲ ਵਾਅਦਾ ਕਰ ਰਿਹਾ। ਤੇ 15 ਆਇਤ ਪੜ੍ਹੀਏ। जिसने मुझे गर्भ में बनाया, जिसने मुझे गर्भ में बनाया, क्या वही उसका भी बनाने वाला नहीं? क्या वही उसका भी बनाने वाला नहीं? जिसने मुझे पैदा किया, क्या मेरी पसली को पैदा करने वाला वो नहीं होगा? जे परमेश्वर ने आदम ਨੂੰ ਬਣਾਇਆ ਤੇ ਕੀ ਪਰਮੇਸ਼ਵਰ ਨੇ ਆਦਮ ਦੇ ਲਈ ਉਹਦੇ ਵਰਗੀ ਸਹਾਇਕ ਨਹੀਂ ਬਣਾਈ? ਕਈ ਵਾਰ ਨੌਜਵਾਨਾਂ ਨੂੰ ਲੱਗਦਾ ਆ ਕਿ ਸ਼ਾਇਦ ਸਾਡੀ ਸਹਾਇਕ ਨਹੀਂ ਬਣੇਗੀ, ਅਸੀਂ ਆਪ ਲੱਭ ਲਈਏ, ਅਸੀਂ ਆਪ ਚੋਣ ਕਰਾਂਗੇ। ਇਨਸਾਨ ਦੀ ਸੋਚ ਬਾਈਬਲ ਜਦੋਂ ਦੇਖਦੇ ਆ, ਜ਼ਬੂਰਾਂ ਦੇ ਵਿੱਚ ਸੰਤ ਦਾਊਦ ਨੇ ਕਿਹਾ ਆਪਣੀ ਸਮਝ ਉੱਤੇ ਇਤਵਾਰ ਨਾ ਕਰ। ਇਹ ਜ਼ਿੰਦਗੀ ਦਾ ਮਸਲਾ ਆ। ਇੱਕ ਦਿਨ ਦਾ, ਇੱਕ ਹਫ਼ਤੇ ਦਾ, ਇੱਕ ਮਹੀਨੇ ਦਾ ਸਵਾਦ ਨਹੀਂ ਆ, ਫੁੱਲ ਲਾਈਫ ਟਾਈਮ ਦਾ ਸਵਾਦ ਆ। ਸਵਾਦ ਮੀਨਸ ਜ਼ਿੰਦਗੀ 'ਚ ਸ਼ਾਂਤੀ ਨਹੀਂ ਆ, ਜ਼ਿੰਦਗੀ 'ਚ ਆਨੰਦ ਹੀ ਨਹੀਂ ਆ।
खुशहाली नहीं आ तो मेरे से पूरी जिंदगी रो रो कटन नाल कोई फायदा नहीं आ। उन्हें क्या है, कहता कि जिन्हें मैनू पैदा किया उन्हें मेरी पसली भी किते पैदा की है। अपनी पसली दी वेट करो। दूजे दे नाल अखां लाउण नाल चंगा रब नाल अखां लाओ, ताकि रब साडे लई कुछ एक समा एक रस्ता इदां दा खोले जिहदे विच सबर, जिहदे विच शांति ते जिहदे विच किरपा बनी रहे। किन्ने समझ रहे आ? पूरा हाथ खड़ा करो। धन्यवाद प्रभु दा, जोर नाल प्रभु दी महिमा लई ताड़ी मारो। जे कहंदा कि मैं ऐदां दे काम करां ते इहदी 8 आयत बयान करदी है, कोई 8 पढ़िए। तो मैं बीज बोऊं, जब मैं बीज बोऊं, कहंदा जब मैं बीज बीजां परंतु दूसरा खाए, दूजा खाए। और एक ए मेरे इस परमेश्वर नाल ओदा वादा आ, दूजा ओदा रिजल्ट आ, लव मैरिज दा रिजल्ट आ। तुसीं किन्नी मेहनत करदे, दूजे नूं लाभ हुंदा लेकिन तुहानूं लाभ नहीं हुंदा। तुसीं बहुत मेहनत करदे आ, लव मैरिज वाले बहुत मेहनत करदे लेकिन लाभ नहीं, पर दूजा लाभ ले जांदा। क्योंकि लिखिया गया बाइबल च, लिखिया गया बाइबल च, कहंदा मैं जब धरती पे जमीन पे बीज बोऊं परंतु दूसरा खाए, दूसरा खाए। ਇਹ ਉਹ ਜਿਹੜੇ ਆਪਣੀ ਮਰਜ਼ੀ ਦੇ ਨਾਲ ਮੇਰੇ ਜੋ ਕੰਮ ਕਰਦੇ ਆ, ਆਪਣੀ ਮਰਜ਼ੀ ਦੇ ਨਾਲ ਪਸੰਦ ਕਰਦੇ ਆ। ਹਾਲੇਲੂਇਆ। ਨੌਜਵਾਨਾਂ ਦੇ ਮੂੰਹ ਅੱਡੇ ਹੋਆ, ਮੇਰੇ ਵੱਲ ਦੇਖਣ ਡਏ ਹੋਆ ਕਿ ਸ਼ਾਇਦ ਰਸਤੇ 'ਚ ਘੇਰ ਲੈਣਾ ਅੱਜ ਮੈਨੂੰ ਜਾ ਕੇ ਇਹਨਾਂ ਨੇ। ਹਾਲੇਲੂਇਆ। ਘੇਰਨਾ ਤਾਂ ਬਾਈਬਲ ਨੂੰ ਘੇਰੋ ਭਰਾਵੋ। ਮੈਨੂੰ ਵੀ ਇਹ ਡਾਂਗ ਨਾਲ ਚਲਾਉਂਦੀ ਹੈ, ਡਾਂਗ ਨਾਲ, ਡੰਡੇ ਨਾਲ, ਸੋਟੀ ਨਾਲ ਚਲਾਉਂਦੀ ਬਾਈਬਲ ਮੈਨੂੰ। ਬਹੁਤ ਵਧੀਆ ਮੈਸੇਜ, ਬਹੁਤ ਵਧੀਆ ਤਿਆਰ ਕੀਤੇ ਮੈਸੇਜ ਮੈਂ ਪਵਿੱਤਰ ਆਤਮਾ ਤੇ ਬਰਕਤ ਤੇ, ਬਹੁਤ ਵਧੀਆ। ਜੇ ਨਹੀਂ ਤਾਂ ਤੁਸੀਂ ਡੇਟਾ ਚੈੱਕ ਕਰ ਸਕਦੇ ਮੇਰੀਆਂ ਆ ਕੇ। 10/4/22 10/4/22 ਅੱਜ 10 ਹੀ ਆ ਤੇ ਅੱਜ ਦੇ ਬਚਨ 'ਚ ਮੈਂ ਡੇਟ ਨਹੀਂ ਲਿਖੀ, ਜਿਹੜਾ ਇੱਥੇ ਅੱਗੇ ਹੁਣ ਮੈਨੂੰ ਪ੍ਰਭੂ ਨੇ ਦਿੱਤਾ ਸੀ, ਅੱਜ ਦਿੱਤਾ। ਇੱਥੇ ਡੇਟ ਲਿਖਣੀ ਭੁੱਲ ਗਿਆ ਮੈਂ, ਕਿਉਂਕਿ ਮੈਂ 10 ਤਰੀਕ ਦੇ ਮੈਸੇਜ ਆਲਰੇਡੀ ਤਿਆਰ ਕਰ ਚੁੱਕਾ ਸੀ ਪ੍ਰਾਰਥਨਾ ਕਰ ਕਰਕੇ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ 10 ਨੂੰ ਲੱਗਣੇ ਜਾਂ ਕਦੋਂ ਲੱਗਣੇ ਆ। ਪਰ ਜਦੋਂ ਮੈਨੂੰ ਪਰਮੇਸ਼ਰ ਨੇ ਇਹ ਵਚਨ ਦਿੱਤਾ, ਮੈਨੂੰ ਉਸ ਵੇਲੇ ਲੱਗਾ ਕਿ ਪ੍ਰਭੂ ਫਿਰ ਤਾਂ ਨੌਜਵਾਨ ਲੜਕੇ ਲੜਕੀਆਂ ਜਿਹੜੇ ਇਦਾਂ ਦੀ ਸੁਭਾਅ ਰੱਖਦੇ ਹੋਣਗੇ, ਉਹਨਾਂ ਨੂੰ ਤਾਂ ਅਗਲੀ ਐਤਵਾਰ ਆਉਣਾ ਹੀ ਨਹੀਂਗਾ। ਉਹਨਾਂ ਨੇ ਅਗਲੇ ਐਤਵਾਰ ਨਹੀਂ ਆਉਣਾ ਕਿਉਂਕਿ ਪਾਸਟਰ ਹੁਣ ਸਾਡੇ ਤੇ ਗੱਲਾਂ ਲੱਗ ਪਿਆ ਕਰਨ। ਫਿਰ ਮੈਂ ਕਿਹਾ ਮੈਂ ਹੁਣ ਵਿਆਹ ਵਾਲਾ ਚੋਲਾ ਪਾ ਕੇ ਜਾਣਾ, ਤਾਂ ਤੁਹਾਨੂੰ ਦੱਸਾਂਗੇ ਅਰੇਂਜ ਮੈਰਿਜ ਕਰਿਓ ਤੇ ਸਾਰੀ ਉਮਰ ਵਿਆਹ ਵਾਲੇ ਚੋਲੇ 'ਚ ਰਹੋਗੇ, ਤੇ ਜੇ ਕਰ ਲਈਆਂ ਲਵ ਮੈਰਿਜ ਤਾਂ ਬਾਈਬਲ ਦੇ ਅਨੁਸਾਰ ਸਾਰੀ ਉਮਰ ਦਿਹਾੜੀ ਕਰਦੇ ਰਹੋਗੇ, ਕੁਛ ਹੱਥ ਬੱਲੇ ਨਹੀਂ ਪੈਣਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ ਅਯੂਬ ਦੇ ਵਿੱਚ ਦੀ ਹੋ ਕੇ, ਮੈਂ ਕਹਿੰਦਾ ਆਪਣੀਆਂ ਅੱਖਾਂ ਦੇ ਨਾਲ ਨੇਮ ਬੰਨਿਆ ਆ ਕਿ ਕਿਸੇ ਕੁਆਰੀ ਨੂੰ ਨਹੀਂ ਦੇਖਣਾ, ਕਿਉਂਕਿ ਤੇਰੇ ਲਈ ਕੁਆਰੀ ਤੇਰੀ ਪਸਲੀ ਆ, ਤੂੰ ਉਹਦੇ ਵੱਲ ਧਿਆਨ ਨਾਲ ਦੇਖ, ਉਹਦੇ ਵੱਲ ਤੱਕ, ਦੂਜਿਆਂ ਵੱਲ ਬਿਲਕੁਲ ਨਹੀਂ ਦੇਖਣਾ। ਤਾਂ ਕਹਿੰਦਾ ਜੇ ਮੈਂ ਇਦਾਂ ਕਰਾਂ ਤਾਂ ਮੇਰੀ ਆਪਣੀ ਪਸਲੀ ਜਿਹੜੀ ਹੈ ਦੂਜੇ ਦੀ ਨੌਕਰ ਬਣ ਜਾਵੇ, ਦੂਜੇ ਦੀ ਨੌਕਰ ਬਣ ਜਾਵੇ। ਜੇ ਹੁਣ ਅਸੀਂ ਆਪਣਾ ਇੱਕ ਹੱਥ ਕਿਸੇ ਨੂੰ ਨੌਕਰ ਬਣਨ ਲਈ ਦੇ ਦਈਏ, ਇੱਕ ਹੱਥ, ਤੇ ਜੇ ਹੁਣ ਮਾਲਕ ਕਹੇ ਮੇਰੇ ਘਰ ਆ ਕੇ ਪੋਚਾ ਲਾ, ਇਹ ਹੱਥ ਨਹੀਂ ਜਾਣ, ਇਹਨੂੰ ਜਾਣਾ ਹੀ ਪੈਣਾ, ਤੇ ਬਾਕੀ ਸਰੀਰ ਵੀ ਉੱਥੇ ਜਾਣਾ ਪੈਣਾ, ਤੇ ਮੇਰੇ ਤੋਂ ਘਰ 'ਚ ਕੀ ਕਰਾਂਗੇ। ਜੇ ਮਾਲਕ ਕਹੇ ਕਿ ਹੁਣ ਬਾਜ਼ਾਰ ਜਾ ਕੇ ਆਏ ਇਸ ਹੱਥ ਦੇ ਦੁਆਰਾ ਲੈ ਕੇ ਇਹਨੂੰ, ਇਸ ਹੱਥ ਦੇ ਦੁਆਰਾ ਬਾਜ਼ਾਰ ਚੱਲ, ਫਿਰ ਮੈਨੂੰ ਸਾਰਾ ਸਰੀਰ ਨਾਲ ਹੀ ਖਾਣਾ ਪੈਣਾ। ਹੁਣ ਧਿਆਨ ਦਿਓ, ਜੇ ਇੱਕ ਪਸਲੀ ਤੁਸੀਂ ਕਿਸੇ ਬੇਗਾਨੇ ਦੀ ਪਸਲੀ ਆਪਣੀ ਨਾਲ ਸੈੱਟ ਕਰ ਲਈਏ ਤਾਂ ਤੁਹਾਡੀ ਆਪਣੀ ਪਸਲੀ ਕਿੱਥੇ ਆ, ਉਹਦਾ ਕੀ ਹਾਲ ਹੁੰਦਾ ਹੋਏਗਾ। ਉਹ ਵੇਟ ਕਰ ਰਹੀ ਆ ਕਿ ਮੈਂ ਜਿਹੜਾ ਪਸਲੀਆਂ ਚੋਂ ਕੱਢੀ ਆ ਮੈਂ ਉਹਦੇ ਵਿੱਚ ਐਡ ਹੋਣਾ ਆ, ਮੈਂ ਉਹਦੇ ਵਿੱਚ ਐਡ ਹੋਣਾ ਆ, ਜਦ ਕਿ ਉਹ ਪਹਿਲਾਂ ਜਿਹੜਾ ਚੋਂ ਕੱਢੀ ਉਹ ਆਲਰੇਡੀ ਸੈੱਟ ਹੋ ਚੁੱਕਾ ਆ। ਅਸੀਂ ਇੱਕ ਪਸਲੀ ਜਿਹੜੀ ਮੇਰੇ ਜੋ ਆਪਣੀ ਛੱਡੀ ਹੋਈ ਆ, ਉਹਦਾ ਖੂਨ ਕੀਤਾ ਹੋਇਆ ਆ, ਉਸ ਇੱਕ ਪਸਲੀ ਦਾ ਕੀ ਕੀਤਾ ਆ, ਖੂਨ ਕੀਤਾ ਹੋਇਆ ਆ। ਉਦਾਹਰਨ ਦਵਾਂ ਹੁਣ, ਉੱਠ ਗਿਆ ਵਿਆਹ ਨਹੀਂ ਖੜਾ ਕਰਨਾ, ਪਤਾ ਨਹੀਂ ਹੁੰਦਾ ਐਵੇਂ ਸ਼ੱਕੀ ਨਾ ਕਰਨ ਲੱਗ ਪੈਣ। ਫਰਜ਼ ਕਰ ਲਓ ਇਹਨੇ ਲਵ ਮੈਰਿਜ ਕਰ ਲਈ, ਕਿਸੇ ਹੋਰ ਦੀ ਪਸਲੀ ਇਹਨੇ ਸੈੱਟ ਕਰ ਲਈ ਆਪਣੇ ਨਾਲ,
ਹੁਣ ਇਹਦੀ ਪਸਲੀ ਬੋਲੋ, ਇਹਦੀ ਪਸਲੀ ਕਿੱਥੇ ਜਾਏਗੀ? ਉਹਦੀਆਂ ਤਾਂ ਰੀਝਾਂ ਤੇ ਖੁਆਇਸ਼ਾਂ ਤਾਂ ਮਰੀ ਜਾ ਰਹੀਆਂ, ਉਹ ਤਾਂ ਉਡੀਕ ਕਰ ਰਹੀ ਆ, ਵੇਟ ਕਰ ਰਹੀ ਆ ਕਿ ਇੱਕ ਦਿਨ ਰੱਬ ਮੇਰੀਆਂ ਪਸਲੀਆਂ ਨੂੰ ਮੇਰੇ ਨਾਲ ਮਿਲਾ ਦੇਗਾ, ਇੱਕ ਦਿਨ ਮੈਨੂੰ ਮੇਰੀਆਂ ਪਸਲੀਆਂ 'ਚ ਮੈਨੂੰ ਸੈੱਟ ਕਰੇਗਾ। ਉਹ ਵੇਟ ਕਰ ਰਹੀ ਹੈ, ਅਸੀਂ ਉਹਨੂੰ ਧੋਖਾ ਦਿੱਤਾ ਹੋਇਆ। ਉਹਨੂੰ ਕੀ ਦਿੱਤਾ ਹੋਇਆ? ਧੋਖਾ ਦਿੱਤਾ ਹੋਇਆ। ਅਸੀਂ ਆਨੰਦ ਕਰ ਰਹੇ ਹਾਂ, ਅਸੀਂ ਖੁਸ਼ੀ ਮਨਾ ਰਹੇ ਹਾਂ, ਲੇਕਿਨ ਸਾਡੀਆਂ ਕਰਨੀਆਂ ਦੇ ਕਰਕੇ ਇੱਕ ਪਸਲੀ ਦਾ ਖੂਨ ਹੋਇਆ ਪਿਆ ਆ। ਇੱਕ ਪਾਸੇ ਜਨਾਹ ਕਰ ਦਿੱਤਾ, ਦੂਜੇ ਪਾਸੇ ਖੂਨ ਕੀਤਾ ਆ। ਦੋ ਹੁਕਮ ਇੱਥੇ ਟੁੱਟ ਜਾਂਦੇ ਆ, ਦੋ ਹੁਕਮ ਇੱਥੇ ਹੀ ਟੁੱਟ ਜਾਂਦੇ ਆ। ਇਮੇਜਿਨ ਕਰਕੇ ਦੇਖਿਓ ਕਿਸੇ ਦਿਨ ਕਿ ਜੇ ਸਾਡੀ ਅਸਲੀ ਪਸਲੀ ਆ ਉਹ ਕਿੱਥੇ ਆ, ਕੀ ਕਰਦੀ ਹੋਏਗੀ ਇਸ ਵੇਲੇ। ਆਪਣੇ ਬੱਚੇ ਲਈ ਇਮੇਜਿਨ ਕਰਕੇ ਦੇਖ ਲਓ ਕਿ ਜੇ ਤੁਹਾਡਾ ਬੱਚਾ ਇੱਕਦਮ ਗੁੰਮ ਹੋ ਗਿਆ, ਤੁਸੀਂ ਰੋਟੀ ਸ਼ਾਮ ਨੂੰ ਖਾਣਾ ਸ਼ੁਰੂ ਕਰਦੇ, ਤੁਹਾਨੂੰ ਭੁੱਖ ਲੱਗੇ ਰੋਟੀ, ਉਸ ਵੇਲੇ ਸੋਚੋ ਕਿ ਸਾਡੇ ਬੱਚੇ ਨੂੰ ਰੋਟੀ ਮਿਲੀ ਹੋਗੀ। ਤੁਸੀਂ ਚਾਹ ਪੀ ਰਹੇ, ਦੁੱਧ ਪੀ ਰਹੇ, ਉਸ ਵੇਲੇ ਸੋਚੋ ਦੇਖੋ ਸਾਡਾ ਬੱਚਾ ਜਿਹੜਾ ਗੁੰਮ ਹੋ ਗਿਆ, ਉਹਨੂੰ ਚਾਹ ਮਿਲੀ ਹੋਗੀ, ਦੁੱਧ ਮਿਲਿਆ ਹੋਊਗਾ। ਤੁਹਾਡੀ ਰੋਟੀ, ਤੁਹਾਡਾ ਦੁੱਧ, ਤੁਹਾਡਾ ਪਾਣੀ ਸਭ ਕੁਝ ਛੁੱਟ ਜਾਣਾ ਉਸ ਵੇਲੇ, ਕਿਉਂਕਿ ਤੁਹਾਡਾ ਆਪਣਾ ਆ। ਤੇ ਇਹ ਪਸਲੀ ਵੀ ਜਿਹੜੀ ਸਾਡੀ ਆਪਣੀ ਪਸਲੀ ਆ, ਉਹਨੂੰ ਆਪਣੇ ਕੋਲ ਸਾਨੂੰ ਰੱਖਣ ਦੀ ਜ਼ਰੂਰਤ ਆ ਤੇ ਵੇਟ ਕਰਨ ਦੀ ਜ਼ਰੂਰਤ ਆ ਕਿ ਕਦੋਂ ਪਰਮੇਸ਼ਵਰ ਸਮਾਂ ਲੈ ਕੇ ਆਵੇ। ਜਿਵੇਂ ਆਦਮ ਚੋਂ ਪਸਲੀ ਕੱਢੀ, ਥੋੜੇ ਸਮੇਂ ਬਾਅਦ ਪਰਮੇਸ਼ਵਰ ਫਿਰ ਆਦਮ ਦੇ ਕੋਲ ਉਸ ਪਸਲੀ ਨੂੰ ਲੈ ਕੇ ਆ ਗਿਆ। ਵੇਟ ਕਰੋ, ਆਪ ਨਾ ਮਰੀਜ਼ੋਂ ਦੌੜ ਲਗਾਓ ਕਿ ਅਸੀਂ ਆਪ ਹੀ ਲੱਭ ਲੈਣਾ ਸਭ ਕੁਝ। ਤੇ ਜੇ ਆਪ ਲੱਭਣ ਦੀ ਹਿੰਮਤ ਹੁੰਦੀ ਤਾਂ ਚਰਚ ਆਉਣ ਦੀ ਲੋੜ ਹੀ ਨਹੀਂ ਸੀ, ਪਰਮੇਸ਼ਵਰ ਨੇ ਸੱਦਣਾ ਹੀ ਨਹੀਂ ਸੀ ਸਾਨੂੰ। ਜੇ ਸਾਡੀ ਆਪਣੀ ਔਕਾਤ, ਸਾਡੀ ਹੈਸੀਅਤ ਹੁੰਦੀ ਮੇਰੇ ਜੋ ਆਪਣੇ ਕੰਮ ਆਪ ਕਰਨ ਦੀ, ਤੇ ਸਾਨੂੰ ਚਰਚ ਆਉਣ ਦੀ ਲੋੜ ਹੀ ਨਹੀਂ ਸੀ। ਸਾਡੇ ਤੋਂ ਕੰਮ ਨਹੀਂ ਹੋਏ, ਸਾਡੇ ਸਾਰੇ ਕੰਮ ਰੁਕੇ ਸੀ। ਇਸੇ ਕਰਕੇ ਅਸੀਂ ਸਾਰੇ ਦਰ ਬਦਰ ਘੁੰਮ ਕੇ ਦੇਖ ਲਿਆ, ਨਹੀਂ ਗੱਲ ਬਣੀ ਤਦੇ ਖੁਦਾ ਕੋਲ ਆਏ ਕਿ ਖੁਦਾ ਨੇ ਸਾਨੂੰ ਸੱਦ ਲਿਆ ਸੀ। ਪਰਮੇਸ਼ਰ ਕੋਲ ਆ ਕੇ ਵੀ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਦੇ ਹਾਂ। ਫਿਰ ਆਪਣੇ ਰਾਹ ਯਹੋਵਾ ਦੇ ਗੋਚਰੇ ਕਰ, ਆਪਣੇ ਜੀਵਨ ਦੇ ਫੈਸਲੇ ਪਰਮੇਸ਼ਰ ਦੇ ਥੰਮੇ ਛੱਡ। ਤੇ ਜੇ ਅਸੀਂ ਆਪਣੇ ਜੀਵਨ ਦੇ ਫੈਸਲੇ ਪਰਮੇਸ਼ਰ ਦੇ ਥੰਮੇ ਛੱਡੇ ਆ ਤਾਂ ਫਿਰ ਆਪਣੀ ਪਸਲੀ ਆਪ ਨਾਲ ਲੱਭੋ। ਪਰਮੇਸ਼ਰ ਨੂੰ ਕਹੋ ਕਿ ਜਿੱਥੇ ਤੂੰ ਉਹਨੂੰ ਰੱਖਿਆ ਆ ਉਹ ਉੱਥੇ ਹੀ ਆਤਮਕ ਹੋ ਜਾਵੇ। ਜਦੋਂ ਸਮਾਂ ਆਵੇ ਖੁਦਾ ਤੂੰ ਮਿਲਾ ਦੇਣਾ। ਤੇ ਅੱਜ ਦੇ ਬੰਦੇ ਕੋਲ ਟਾਈਮ ਹੀ ਨਹੀਂ ਆ, ਅੱਜ ਦੇ ਬੰਦੇ ਕੋਲ ਤਾਂ ਟਾਈਮ ਹੀ ਨਹੀਂ ਆ ਵੇਟ ਕਰਨ ਦੀ। ਤੇ ਫਿਰ ਪੰਜਾਬੀ ਕਹਾਵਤ ਆ, ਤੱਤਾ ਤੱਤਾ ਮੂੰਹ ਸਾੜਦਾ। ਫਿਰ ਜੇ ਤੱਤੇ ਤੱਤਾ ਖਾਣ ਦੀ ਆਦਤ ਪੈ ਜਾਏ ਨਾ ਤਾਂ ਮੂੰਹ ਸੜ ਜਾਂਦਾ, ਤਾਂ ਮੁੜ ਕੇ ਠੰਡਾ ਵੀ ਮੂੰਹ ਨੂੰ ਮੂੰਹ 'ਚ ਰੱਖਣ ਦੀ ਜੋ ਮੇਰੇ ਤੋਂ ਤਾਕਤ ਨਹੀਂ ਰਹਿੰਦੀ। ਠੰਡਾ ਵੀ ਮੂੰਹ 'ਚ ਰੱਖਣ ਦੀ ਤਾਕਤ ਨਹੀਂ ਰਹਿੰਦੀ। ਹਾਲੇਲੂਇਆ। फिर पढ़िए 8 ਨੂੰ। तो मैं बीज बोऊं परंतु दूसरा खाए, वरना मेरे खेत की उपज उखाड़ डाली जाए। वरना मेरे खेत की सारी उपज, मेरी सारी मेहनत, मेरा सारा कारोबार, मेरे सारे रस्ते जड़े आ बरकत वाले कहना उखड़ जाएंगे, खत्म हो जाएंगे। कुछ भी हथ पल्ले नहीं आवेगा, कुछ भी प्राप्त नहीं होगा। जे कुछ बचता है तो लिखा है कि दूजा खा जाएगा, दूसरा खा जाएगा। होश में आ जाओ, आप बचो, अपनी फैमिलियां नूं, अपने बच्चों नूं बचाओ। खास नौजवानों के लिए आ कि नौजवानों नूं सीधे रास्ते पाओ ताकि परमेश्वर दे विच उडीक करन, आप ना दौड़ना, आप ना काली करना। इसलिए कुरंथियां की किताब दे विच इस गल नूं बयान कीता। पहला कुरंथियां 7 अध्याय ਉਹਦੀ 38 आयत पढ़िए। पहला कुरंथियां 7 अध्याय ਉਹਦੀ 38 आयत पढ़ांगे, ध्यान देना सुना जी। गल कादी ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ। ਗੱਲ ਕਾਦੀ ਜਿਹੜਾ ਆਪਣੀ ਕੁਆਰੀ ਨਾਲ, ਆਪਣੀ ਨਾਲ ਉਹ ਚੰਗਾ ਕਰਦਾ ਆ। ਤੇ ਅਯੂਬ ਵੀ ਇਹੀ ਸਮਝਾਉਣਾ ਚਾਹੁੰਦਾ ਆ ਕਿ ਮੈਂ ਤਾਂ ਆਪਣੀਆਂ ਅੱਖਾਂ ਦੇ ਨਾਲ ਇੱਕ ਵਾਅਦਾ ਕਰ ਰਿਹਾ ਆ ਤੇ ਕਿਸੇ ਨੂੰ ਨਹੀਂ ਵੇਖਣਾ ਹੁਣ ਏਦਾਂ, ਇਸ ਨਜ਼ਰ ਨਾਲ ਕਿਸੇ ਨੂੰ ਉਸ ਨਜ਼ਰ ਨਾਲ ਨਹੀਂ ਵੇਖਣਾ ਜਿਸ ਨਜ਼ਰ ਨੂੰ ਜਨਾਹਕਾਰੀ ਕਿਹਾ ਜਾਂਦਾ ਆ, ਜਿਹਦੇ ਨਾਲ ਜਨਾਹ ਹੋ ਜਾਵੇ। ਜਿਹੜਾ ਆਪਣੀ ਕੁਆਰੀ ਨਾਲ, ਭਾਵ ਆਪਣੇ ਹਿੱਸੇ ਨਾਲ, ਆਪਣੀ ਪਸਲੀ ਦੇ ਨਾਲ ਵਿਆਹ ਕਰਦਾ, ਉਹ ਕੀ ਕਰਦਾ ਆ? ਉਹ ਚੰਗਾ ਕਰਦਾ ਹੈ। ਉਹ ਚੰਗਾ ਕਰਦਾ ਹੈ ਜਿਹੜਾ ਆਪਣੀ ਪਸਲੀ ਨਾਲ ਵਿਆਹ ਕਰਦਾ ਹੈ। ਹਾਲੇਲੂਇਆ। ਕਈ ਕੁਐਸਚਨ ਮਨ ਦੇ ਵਿੱਚ ਆਉਂਦੇ, ਪੁੱਛਣਾ ਚਾਹੁੰਦਾ ਆ।
ਪਰ ਐਂ ਲੱਗਦਾ ਜਿਵੇਂ ਜ਼ਿੰਦਗੀ ਦਾ ਮਜ਼ਾਕ ਬਣ ਜਾਂਦਾ। ਜਿਹੜਾ ਆਪਣੀ ਕੁਆਰੀ ਨਾਲ ਵਿਆਹੁੰਦਾ ਆ ਉਹ ਚੰਗਾ ਕਰਦਾ। ਆਦਮ ਨੇ ਆਪਣੀ ਕੁਆਰੀ ਵਿਆਹੀ ਸੀ, ਪਰਮੇਸ਼ਵਰ ਨੇ ਸਹਾਇਕਣ ਬਣਾਈ, ਪਰ ਆਦਮ ਨੂੰ ਪਤਾ ਸੀ ਕਿ ਇਹ ਮੇਰੀਆਂ ਪਸਲੀਆਂ ਚੋਂ ਪਸਲੀ, ਮੇਰੇ ਮਾंस ਵਿੱਚੋਂ ਮਾंस ਹੈ, ਮੇਰੀ ਤੀਵੀਂ ਕਹਿਲਾਵੇਗੀ, ਕਿਉਂਕਿ ਇਹ ਮੇਰੀ ਆ। ਇਹ ਕੀ ਆ? ਮੇਰੀ ਆ। ਯਾਕੂਬ ਦੇ ਲਈ ਲਿਆ ਦਾ ਤਿਆਰ ਕੀਤੀ, ਲੇਕਿਨ ਯਾਕੂਬ ਦੀਆਂ ਅੱਖੀਆਂ ਨੂੰ ਰਾਖੇਲ ਪਸੰਦ ਆ ਗਈ ਕਿ ਇਹ ਤੋਂ ਬਗੈਰ ਤਾਂ ਮੈਂ ਜੀਵਨ ਮੇਰਾ ਬੇਕਾਰ ਆ। ਚਾਹੇ ਮੈਨੂੰ 14 ਸਾਲ ਮਿਹਨਤ ਕਰਨੀ ਪੈ ਜਾਏ, ਲੇਕਿਨ ਇਹਦੇ ਨਾਲ ਹੀ ਮੇਰਾ ਜੀਵਨ ਸਫਲ ਹੋਣਾ ਆ, ਇਹਦੇ ਨਾਲ ਹੀ ਮੇਰਾ ਜੀਵਨ ਸਫਲ ਹੋਣਾ। ਤੇ ਜਦੋਂ ਰਾਖੇਲ ਦੇ ਨਾਲ ਵਿਆਹ ਹੋਇਆ, ਉਦੋਂ ਤੋਂ ਫਿਰ ਘਰ 'ਚ ਲੜਾਈ ਪੈਣੀ ਸ਼ੁਰੂ ਹੋ ਗਈ, ਉਦੋਂ ਤੋਂ ਘਰ 'ਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ, ਉਦੋਂ ਤੋਂ ਘਰ 'ਚ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਗਈਆਂ, ਉਦੋਂ ਤੋਂ ਯਾਕੂਬ ਦਾ ਜੀਵਨ ਮੇਰੇ ਤੋਂ ਉੱਤਰ ਪੁੱਤਰ ਹੋਣਾ ਸ਼ੁਰੂ ਹੋ ਗਿਆ। ਜਿਹੜਾ ਆਪਣੀ ਕੁਆਰੀ ਨੂੰ ਵਿਆਹੁੰਦਾ ਆ ਉਹ ਚੰਗਾ ਕਰਦਾ ਆ, ਉਹਦੇ ਜੀਵਨ 'ਚ ਆਸ਼ੀਸ਼, ਉਹਦੇ ਜੀਵਨ 'ਚ ਬਰਕਤ ਆ। ਜਿਵੇਂ ਬਾਈਬਲ ਸੰਤ ਪੌਲਸ ਨੇ ਅਫਸੀਆਂ 5:33 ਵਿੱਚ ਕਿਹਾ ਕਿ ਹਰੇਕ ਆਪੋ ਆਪਣੀ ਪਤਨੀ ਦੇ ਨਾਲ ਵਸੇ। ਜਿਵੇਂ ਅਯੂਬ ਕਹਿੰਦਾ ਸੀ ਕਿ ਮੈਂ ਦੂਜੀ ਨੂੰ ਵੇਖ ਵੀ ਨਹੀਂ ਸਕਦਾ, ਕਿਉਂਕਿ ਦੂਸਰੇ ਨੂੰ ਆਪਣੀ ਨਜ਼ਰ ਤੋਂ ਬੁਰੀ ਇੱਛਾ ਨਾਲ ਵੇਖਣਾ ਜਨਾਹ ਨੂੰ ਦਰਸਾਉਂਦਾ ਆ। ਤਾਂ ਮੇਰੇ ਜੋ ਐਦਾਂ ਹੀ ਪੌਲਸ ਨੇ ਗੱਲ ਕਹੀ ਹੈ ਕਿ ਆਪੋ ਆਪਣੀ ਪਤਨੀ, ਮੇਰੇ ਜੋ ਆਪੋ ਆਪਣੀ ਪਤਨੀ ਦਾ ਮਤਲਬ ਕਿ ਸਾਡੀ ਪਸਲੀ ਜਿਹੜੀ ਪਰਮੇਸ਼ਵਰ ਨੇ ਤਿਆਰ ਕੀਤੀ ਆ ਉਹ ਮੇਰੀ ਪਤਨੀ ਆ। ਕੋਈ ਹੋਰ ਜਿਹੜੀਆਂ ਮੇਰੀਆਂ ਅੱਖਾਂ ਨੂੰ ਚੰਗੀ ਲੱਗਦੀ ਆ, ਜਿਹੜੇ ਮੇਰੇ ਮਨ ਨੂੰ ਚੰਗੀ ਲੱਗਦੀ ਆ, ਉਹ ਮੇਰੀ ਪਤਨੀ ਨਹੀਂ ਆ। ਹਾਲੇਲੂਇਆ। ਰਿਸ਼ਤੇ ਤਾਂ ਹੋਰ ਵੀ ਬਹੁਤ ਸਾਰੇ ਬਣ ਸਕਦੇ ਨੇ, ਪਰ ਸ਼ੈਤਾਨ ਦੀ ਯੋਜਨਾ ਆ ਉਹ ਕੰਮ ਕਰਾਉਣ ਦੀ ਜਿਸ ਕੰਮ ਦੀ ਮਾਫੀ ਨਹੀਂ ਆ। ਕਿਉਂ ਨਹੀਂ ਮਨ ਕਰਦਾ ਕਿਸੇ ਜਵਾਨ ਦਾ ਕਿ ਇਸ ਲੜਕੀ ਨੂੰ ਮੈਂ ਆਪਣੀ ਭੈਣ ਬਣਾ ਲਵਾਂ? ਕਿਉਂ ਨਹੀਂ ਮਨ ਕਰਦਾ? ਜੇ ਅੱਖੀਆਂ ਨੂੰ ਸੋਹਣਾ ਲੱਗਦਾ ਹੈ ਕੋਈ, ਜੇ ਅੱਖਾਂ ਨੂੰ ਚੰਗਾ ਲੱਗਦਾ, ਸੁੰਦਰ ਲੱਗਦਾ ਹੈ, ਉਹਦੀ ਸੁੰਦਰਤਾ ਤੇ ਮੋਹਿਤ ਹੋ ਜਾਂਦਾ ਹੈ ਕੋਈ, ਤਾਂ ਮੇਰੇ ਉਹਦੇ ਦਿਮਾਗ 'ਚ ਇਹ ਗੱਲ ਕਿਉਂ ਨਹੀਂ ਆਉਂਦੀ ਕਿ ਇਹ ਔਰਤ, ਇਹ ਲੜਕੀ ਮੇਰੇ ਘਰ 'ਚ ਮੇਰੀ ਭੈਣ ਬਣ ਕੇ ਰਵੇ, ਜਾਂ ਇਹਦੇ ਨਾਲ ਮੈਂ ਆਪਣੀ ਧੀ ਵਾਲਾ ਰਿਸ਼ਤਾ ਬਣਾ ਲਵਾਂ, ਜਾਂ ਇਹਨੂੰ ਮਾਂ ਵਾਲਾ ਦਰਜਾ ਦੇ ਦੇਵਾਂ? ਇਹ ਦਿਮਾਗ 'ਚ ਕਿਉਂ ਨਹੀਂ ਹੁੰਦੀਆਂ? ਪਵਿੱਤਰ ਰਿਸ਼ਤੇ ਦਿਮਾਗ 'ਚ ਕਿਉਂ ਨਹੀਂ ਹੁੰਦੇ? ਕਿਉਂਕਿ ਸ਼ੈਤਾਨ ਨੇ ਇੱਕੋ ਗੱਲ ਫੜੀ ਆ ਕਿ ਇਹਨਾਂ ਤੋਂ ਉਹ ਕੰਮ ਕਰਾਉਣਾ ਆ ਜਿਹਦੇ ਨਾਲ ਮਾਫੀ ਨਹੀਂ ਹੈ, ਇਹਨਾਂ ਤੋਂ ਜਨਾਹ ਕਰਾਉਣਾ ਅੱਖਾਂ ਦੇ ਦੁਆਰਾ। ਬੇਸ਼ੱਕ ਉਹਦੇ ਨਾਲ ਗਲਤ ਰਿਲੇਸ਼ਨ ਨਹੀਂ ਆ, ਪਰ ਜਦੋਂ ਅੱਖਾਂ ਦੇ ਦੁਆਰਾ ਅਸੀਂ ਉਹਨੂੰ ਕਿਸੇ ਹੋਰ ਦਰਜੇ ਤੇ ਰੱਖਦੇ ਆ, ਸਮਝ ਲਓ ਕਿ ਜਨਾਹ ਆ। ਤੇ ਸ਼ੈਤਾਨ ਨੇ ਉਹ ਕੰਮ ਕਰਾਉਣਾ ਜਿਹਦੀ ਮਾਫੀ ਧਰਤੀ ਤੇ ਹੈ ਹੀ ਨਹੀਂ ਆ। ਕਿਤੇ ਵੀ ਪੜ੍ਹ ਕੇ ਦੇਖ ਲਿਓ, ਜਨਾਹਕਾਰ ਦੀ ਮਾਫੀ ਹੈ ਨਹੀਂ। ਬਾਈਬਲ 'ਚ ਜਨਾਹ ਕਰਨ ਵਾਲੇ ਨੂੰ ਮਾਫੀ ਨਹੀਂ ਹੈ, ਤੇ ਸ਼ੈਤਾਨ ਉਹ ਕੰਮ ਕਰਾਏਗਾ ਜਿਹਦੀ ਮਾਫੀ ਨਾ ਮਿਲੇ। ਕਹਿੰਦਾ ਐਦਾਂ ਨਹੀਂ ਤਾਂ ਐਦਾਂ ਹੀ ਫੜ ਲਓ ਇਹਨਾਂ ਨੂੰ, ਇਹਨਾਂ ਦੀਆਂ ਅੱਖੀਆਂ ਨੂੰ ਚੀਜ਼ਾਂ ਸੁੰਦਰ ਲੱਗਣ। ਔਰ ਬਾਈਬਲ ਬਿਆਨ ਕਰਦੀ ਆ ਕਿ ਹਵਾ ਤੋਂ ਸਭ ਤੋਂ ਪਹਿਲਾਂ ਕਿਹੜੀ ਗਲਤੀ ਕਰਾਈ ਸੀ? ਲਿਖਿਆ ਗਿਆ, ਕਹਿੰਦਾ ਅੱਖੀਆਂ ਨੂੰ ਭੌਂਦਾ ਆ। ਹਵਾ ਨੇ ਕਿਹਾ ਇਹ ਅੱਖੀਆਂ ਨੂੰ ਭੌਂਦਾ ਆ ਤੇ ਮਨ ਨੂੰ ਸੋਹਣਾ ਲੱਗਦਾ ਆ। ਇਹ ਸਭ ਤੋਂ ਪਹਿਲਾਂ ਅੱਖੀਆਂ ਨੂੰ ਭੌਣਾ ਤੇ ਮਨ ਨੂੰ ਸੋਹਣਾ ਲੱਗਣ ਵਾਲੀ ਚੀਜ਼ ਨਹੀਂ, ਉਹ ਤੋਂ ਪਾਪ ਕਰਾ ਦਿੱਤਾ। ਅੱਖੀਆਂ ਨੂੰ ਭੌਣ ਵਾਲੀ ਚੀਜ਼ ਹਮੇਸ਼ਾ ਹੀ ਪਤਨੀ ਦਾ ਦਰਜਾ ਨਹੀਂ ਲੈਂਦੀ। ਅੱਖੀਆਂ ਨੂੰ ਚੰਗੀ ਲੱਗਣ ਵਾਲੀ ਔਰਤ ਮੇਰੇ ਤੋਂ ਪਤਨੀ ਨਹੀਂ ਹੋ ਸਕਦੀ, ਹੋਰ ਰਿਸ਼ਤੇ ਵੀ ਬਣ ਸਕਦੇ ਆ। ਜੇ ਲੱਗਦਾ ਕਿ ਇਹ ਸੋਹਣਾ ਆ, ਇਹ ਸੁੰਦਰ ਆ, ਉਹਦੇ ਨਾਲ ਪਵਿੱਤਰ ਰਿਸ਼ਤਾ ਬਣਾ ਲਓ, ਉਹਦੇ ਨਾਲ ਸੋਹਣਾ ਰਿਸ਼ਤਾ ਬਣਾ ਲਓ, ਪਵਿੱਤਰ ਰਿਸ਼ਤਾ ਬਣਾ ਲਓ, ਜਿਹਦੇ ਵਿੱਚ ਜੱਗ ਵੀ ਖੁਸ਼ ਆ, ਜਿਹਦੇ ਵਿੱਚ ਰੱਬ ਵੀ ਖੁਸ਼ ਆ। ਹਾਲੇਲੂਇਆ। ਜੇ ਭੈਣ ਦਾ ਦਰਜਾ ਦੇ ਦਾਂਗੇ, ਤੁਹਾਨੂੰ ਚੋਰੀ ਮਿਲਣ ਦੀ ਲੋੜ ਨਹੀਂ ਆ, ਫੋਨ ਵਾਈਬ੍ਰੇਸ਼ਨ ਤੇ ਸਾਇਲੈਂਟ ਲਾਉਣ ਦੀ ਲੋੜ ਨਹੀਂ ਆ, ਚੋਰੀ ਚੈਟਿੰਗ ਕਰਨ ਦੀ ਲੋੜ ਨਹੀਂ ਆ। ਸਿੱਧਾ ਫੋਨ 10 ਬੰਦਿਆਂ 'ਚ ਖੜੇ ਹੋ ਕੇ ਤੁਸੀਂ ਕਰ ਸਕਦੇ ਆ, ਭੈਣ ਕਹਿ ਕੇ, ਬੇਟੀ ਕਹਿ ਕੇ ਤੁਸੀਂ 1000 ਬੰਦੇ 'ਚ ਖੜੇ ਹੋ ਕੇ ਕਰ ਸਕਦੇ ਆ। ਤੇ ਜਦੋਂ ਉਹ ਰਿਸ਼ਤਾ ਬਣ ਜਾਂਦਾ ਆ, ਤੁਹਾਡਾ ਫੋਨ ਵਾਈਬ੍ਰੇਸ਼ਨ ਤੇ ਲੱਗ ਜਾਣਾ ਆ, ਤੁਹਾਡੇ ਫੋਨ ਦਾ ਲੌਕ ਜਿਹੜਾ ਆ, ਲੌਕ ਸਿਸਟਮ ਆ, ਉਹ ਗੁਪਤ ਹੋ ਜਾਣਾ ਆ। ਮੇਰੇ ਇਜ਼ੋ ਤੋਂ ਤੁਸੀਂ ਜ਼ਿਆਦਾ ਕਰਕੇ ਤੁਸੀਂ ਛੱਤ ਤੇ ਹੀ ਰਹਿਣਾ। ਫਿਰ ਸ਼ਾਮ ਵੀ ਤੁਸੀਂ ਛੱਤ ਤੇ ਘੁੰਮਣਾ ਹੈ, ਰੋਟੀ ਖਾਣ ਤੋਂ ਬਾਅਦ ਵੀ, ਕਿ ਕਿਤੇ ਫੋਨ ਹੋ ਜਾਏ, ਕਿਤੇ ਚੈਟਿੰਗ ਹੋ ਜਾਏ। ਅੱਧੀ ਰਾਤ ਨੂੰ 12 ਵਜੇ ਵੀ ਤੁਹਾਡਾ ਫੋਨ ਆਨ ਹੀ ਹੋਣਾ ਆ। ਹਾਲੇਲੂਇਆ। ਕਿਉਂਕਿ ਸ਼ੈਤਾਨ ਦੀ ਯੋਜਨਾ ਆ ਪ੍ਰਭੂ ਦੇ ਅੱਗੇ ਬੰਦੇ ਨੂੰ ਸੁੱਟਣ ਦੀ। ਯਿਸੂ ਮਸੀਹ ਨੇ ਹਰ ਇੱਕ ਪਾਪ ਦੀ ਮਾਫੀ ਦੇ ਦਿੱਤੀ, ਪਰ ਬਾਈਬਲ ਦੇ ਵਿੱਚ ਜਨਾਹ ਦੀ ਮਾਫੀ ਕਿਤੇ ਨਹੀਂ ਮਿਲਦੀ।
ਹਾਲੇਲੂਇਆ। ਇਸ ਲਈ ਬਾਈਬਲ ਬਿਆਨ ਕਰਦੀ ਆ ਹਰੇਕ ਜਿਹੜਾ ਆਪੋ ਆਪਣੀ ਕੁਆਰੀ ਨੂੰ ਕਿ ਆਪਣੀ ਪਸਲੀ ਦੇ ਉੱਤੇ ਜਿਹੜਾ ਮੋਹਿਤ ਹੁੰਦਾ ਆ ਉਹ ਚੰਗਾ ਕਰਦਾ ਆ, ਜਿਹੜਾ ਆਪਣੀ ਪਸਲੀ ਨਾਲ ਵਿਆਹ ਕਰਦਾ ਉਹ ਚੰਗਾ ਕਰਦਾ ਆ। ਕਿਹੜੀ ਲਾਈਫ ਆ ਜਿਹੜੀ ਮੇਰੇ ਲਵ ਮੈਰਿਜ ਕੋਈ ਸਕਸੈਸ ਹੋਈ ਹੈ? ਕੋਈ ਸਕਸੈਸ ਨਹੀਂ ਹੋਈ ਅੱਜ ਤੱਕ। ਕਿਉਂ ਨਹੀਂ ਸਫਲ ਹੁੰਦੀ? ਕਿਉਂਕਿ ਬਾਈਬਲ 'ਚ ਹੈ ਹੀ ਨਹੀਂ ਦਿੱਤਾ ਇਹ ਸਫਲਤਾ। ਬਾਈਬਲ 'ਚ ਸਫਲਤਾ ਹੈ ਹੀ ਨਹੀਂ ਇਸ ਚੀਜ਼ ਵਾਸਤੇ। ਇਸ ਰਿਸ਼ਤੇ ਲਈ ਬਾਈਬਲ 'ਚ ਕੋਈ ਸਫਲਤਾ ਹੈ ਹੀ ਨਹੀਂ ਹੈ। ਤੇ ਸਫਲ ਹੋਣ ਲਈ ਸਾਨੂੰ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਵਚਨ ਦੇ ਅਨੁਸਾਰ ਆਪਣੇ ਜੀਵਨ ਦੇ ਫੈਸਲੇ ਲਈਏ, ਆਪਣੀ ਜ਼ਿੰਦਗੀ ਦੇ ਜਿੰਨੇ ਫੈਸਲੇ ਵਚਨ ਦੇ ਅਨੁਸਾਰ ਲਈਏ, ਤਾਂ ਕਿ ਖੁਦਾ ਵਨ ਬਾਈ ਵਨ ਕਰਕੇ ਸਾਡੀ ਬਰਕਤ ਨੂੰ, ਵਨ ਬਾਈ ਵਨ ਕਰਕੇ ਸਾਡੀ ਆਸ਼ੀਸ਼ ਨੂੰ ਸਾਡੇ ਜੀਵਨ 'ਚ ਖੋਲ ਸਕੇ ਔਰ ਸਾਨੂੰ ਪਰਮੇਸ਼ਰ ਦੁਨੀਆ ਦੇ ਬੰਨੇ ਬੰਨੇ ਕੋਨੇ ਕੋਨੇ ਤੇ ਗਵਾਹ ਬਣਾ ਸਕੇ। ਜ਼ਬੂਰਾਂ ਦੇ ਵਿੱਚ ਪ੍ਰਭੂ ਦਾਸ ਦਾਊਦ ਬਹੁਤੀ ਦੀ ਗੱਲ ਕਰਦਾ ਆ 128 ਅਧਿਆਏ ਉਹਦੀ 3 ਆਇਤ ਵਿੱਚ। ਪੜ੍ਹੀਏ, ਸਮਾਪਤੀ ਵੱਲ ਚੱਲੀਏ। ਜ਼ਬੂਰ 128 ਉਹਦੀ 3 ਆਇਤ, ਜਿਹੜੀ ਪਰਮੇਸ਼ਵਰ ਨੇ ਬਣਾਈ, ਜਿਹੜੀ ਪਸਲੀ ਜਿਹਦੇ ਲਈ ਤਿਆਰ ਕੀਤੀ, ਜਦੋਂ ਇਨਸਾਨ ਉਹਦੇ ਉੱਤੇ ਮੋਹਿਤ ਹੁੰਦਾ ਆ ਜਾਂ ਉਹਦੇ ਨਾਲ ਰਿਸ਼ਤਾ ਬਣਾਉਂਦਾ ਆ, ਸ਼ਾਦੀ ਕਰਦਾ ਆ। ਹਾਂਜੀ, ਜ਼ਬੂਰ 128 ਉਹਦੀ 3 ਆਇਤ। ਤੇਰੀ ਵਹੁਟੀ ਫਲਦਾਰ ਦਾਖ ਵਾਂਗੂ ਤੇਰੇ ਘਰ ਦੇ ਅੰਦਰ ਹੋਵੇਗੀ। ਤੇਰੀ ਵਹੁਟੀ ਫਲਦਾਰ ਦਾਖ ਦੇ ਵਾਂਗੂ, ਅੰਗੂਰ ਦੀ ਬੇਲ ਦੇ ਵਾਂਗੂ ਤੇਰੇ ਘਰ ਦੇ ਅੰਦਰ ਹੋਵੇ। ਅਯੂਬ ਨੇ ਕੀ ਕਿਹਾ? ਕਿਸੇ ਦੂਜੇ ਦੇ ਘਰ ਦੇ ਵਿੱਚ ਗੋਲੀ ਹੋਵੇਗੀ। ਉਹ ਲਵ ਮੈਰਿਜ ਦੀ ਗੱਲ ਆ। ਉਹ ਆਪਣੀਆਂ ਅੱਖਾਂ ਦੀ ਸੁੰਦਰਤਾ ਦੇ ਦੁਆਰਾ ਕਿ ਅਸੀਂ ਫੈਸਲਾ ਜਦੋਂ ਕਰਦੇ ਹਾਂ, ਪਰ ਜਿਹੜਾ ਪਰਮੇਸ਼ਵਰ ਦੀ ਰਜ਼ਾ ਦੇ ਨਾਲ ਆ, ਜਿਹੜਾ ਪਰਮੇਸ਼ਵਰ ਦੇ ਵਚਨ ਦੇ ਨਾਲ ਆ, ਉਹਦੇ ਲਈ ਗੱਲ ਕੀਤੀ ਆ ਕਿ ਤੇਰੀ ਵਹੁਟੀ ਫਲਦਾਰ ਦਾਖ ਲਤਾ ਦੇ ਵਾਂਗੂ ਤੇਰੇ ਘਰ ਦੇ ਅੰਦਰ ਹੋਵੇਗੀ। ਫਲਦਾਰ ਦਾ ਮਤਲਬ ਕਿ ਹਰ ਤਰਫ ਤੋਂ ਫਲ ਹੋਵੇਗਾ, ਹਰ ਤਰ੍ਹਾਂ ਦਾ ਜੀਵਨ 'ਚ ਫਲ ਹੋਵੇਗਾ ਤੇ ਹਰ ਤਰ੍ਹਾਂ ਦਾ ਜ਼ਿੰਦਗੀ ਦਾ ਫਲ ਉਹਦੇ ਵਿੱਚ ਹੋਵੇਗਾ। ਪਰ ਕਿਹੜੀ? ਜਿਹੜੀ ਪਰਮੇਸ਼ਵਰ ਦੇ ਵੱਲੋਂ ਆ, ਜਿਹੜੀ ਖੁਦਾ ਦੇ ਵੱਲੋਂ ਆ, ਤੇ ਜਿਹੜੀ ਆਪਣੀ ਮਨਪਸੰਦ ਦੇ ਵੱਲੋਂ ਆ। ਜਦੋਂ ਅਸੀਂ ਯਾਕੂਬ ਨੂੰ, ਤੁਸੀਂ ਘਰ ਜਾ ਕੇ ਜ਼ਰੂਰ ਪੜ੍ਹ ਕੇ ਦੇਖਣਾ ਆ, ਯਾਕੂਬ ਦੀ ਜਦੋਂ ਉਤਪਤ 29 ਅਧਿਆਇ ਨੂੰ ਪੜ੍ਹਦੇ ਆ ਤੇ ਮੇਰੇ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਰਖੇਲ ਆਈ ਆ, ਉਸ ਤੋਂ ਬਾਅਦ ਉਹਦੀ ਮਿਹਨਤ ਵੱਧ ਗਈ ਆ। ਰਖੇਲ ਦੇ ਆਉਣ ਤੋਂ ਬਾਅਦ ਉਹਦੀ ਮਿਹਨਤ, ਯਾਕੂਬ ਦੀ ਮਿਹਨਤ ਜਿਹੜੀ ਆ ਵੱਧ ਗਈ ਆ। ਤੇ 14 ਸਾਲਾਂ ਦੀ ਮਿਹਨਤ ਤੋਂ ਬਾਅਦ ਸਿਰਫ ਇੱਕ ਪਤਨੀ ਮਿਲੀ ਆ, ਇੱਕ ਪਤਨੀ ਮਿਲੀ ਆ, ਹੋਰ ਕੁਝ ਨਹੀਂ ਮਿਲਿਆਗਾ। ਫਿਰ ਬਾਅਦ ਚ ਹੋਰ 6 ਸਾਲ ਮਿਹਨਤ ਕੀਤੀ ਆ ਤੇ ਫਿਰ ਜਾ ਕੇ ਕਿਤੇ ਕੁਝ ਫਲ ਆਉਣਾ ਸ਼ੁਰੂ ਹੋਇਆ, ਪਰ ਪਤਨੀ ਵੱਲੋਂ ਫਲ ਨਹੀਂ ਆ ਰਿਹਾ ਸੀ। ਪਤਨੀ ਵੱਲੋਂ ਫਲ ਨਹੀਂ ਆ ਰਿਹਾ ਸੀ। ਮੋਟਰਸਾਈਕਲ ਦੇ ਵਿੱਚ ਜੇ ਸਕੂਟਰੀ ਦਾ ਇੰਜਨ ਲਾ ਦਈਏ, ਚੱਲ ਜਾਓ। ਨੈਣੋ ਗੱਡੀ 'ਚ ਮੋਟਰਸਾਈਕਲ ਦਾ ਇੰਜਨ ਪਾ ਦਈਏ, ਚੱਲ ਜਾਓ। ਬੋਲੋ। ਅੱਜ ਨੌਜਵਾਨਾਂ ਦੀ ਜਿਹੜੀ ਦਿਮਾਗ ਦੀ ਸੈਟਿੰਗ ਹੈ ਨਾ, ਉਹ ਇੱਥੇ ਅੜੀ ਆ। ਨੌਜਵਾਨਾਂ ਦੇ ਦਿਮਾਗ ਦੀ ਸੈਟਿੰਗ ਇੱਥੇ ਦੀ ਫਸੀ ਆ। ਉਹ ਮੋਟਰਸਾਈਕਲ 'ਚ ਮੋਪੈਡ ਦਾ ਇੰਜਨ ਲਾਉਣ ਦੀ ਸੋਚਦੇ ਆ, ਕਿਸੇ ਦੀ ਪਸਲੀ ਕਿਸੇ 'ਚ ਸੈੱਟ ਕਰਨ ਨੂੰ ਸੋਚਦੇ ਆ, ਪਰ ਉਹਨੂੰ ਇਹ ਨਹੀਂ ਪਤਾ ਕਿ ਰਿਜ਼ਲਟ ਕੀ ਆਉਣਾ ਆ। ਉਹਨੂੰ ਪਤਾ ਕਿ ਰਿਜ਼ਲਟ ਕੀ ਆਉਣੇ ਆ। ਰਿਜ਼ਲਟ ਬਾਅਦ 'ਚ ਆਉਂਦੇ, ਜਿਹੜੇ ਸਾਰੀ ਉਮਰ ਭੋਗਣੇ ਪੈਂਦੇ ਆ। ਬਹੁਤੇ ਲੋਕ ਭੋਗ ਰਹੇ ਆ ਤੇ ਬਹੁਤੇ ਲੋਕ ਅਜੇ ਤੱਕ ਆਪਣੇ ਆਪ ਨੂੰ ਤਿਆਰ ਕਰਦੇ ਪਏ ਆ। ਨਹੀਂ, ਮੈਂ ਹੁਣ ਪ੍ਰਾਰਥਨਾ ਹੀ ਕਰਨੀ, ਪ੍ਰਭੂ ਜਿਹਦੇ ਨਾਲ ਮੇਰੀ ਗੱਲਬਾਤ ਆ, ਪ੍ਰਭੂ ਤੈਨੂੰ ਉਹ ਮਨਜ਼ੂਰ ਹੋ ਜਾਏ, ਤੂੰ ਉਹਨੂੰ ਮੇਰੀ ਪਸਲੀ ਦੇ ਰੂਪ 'ਚ ਬਦਲ ਦੇ, ਤੂੰ ਉਹ ਮੇਰੇ ਲਈ ਸੈੱਟ ਕਰ ਦੇ, ਤੂੰ ਉਹਦੇ ਨਾਲ ਮੇਰੀ ਗੱਲ ਕਰਾ ਦੇ। ਪ੍ਰਭੂ ਜਦੋਂ ਸਾਡੀ ਸ਼ਾਦੀ ਹੋਊਗੀ ਉਹ ਕਿਸੇ ਹੋਰ ਦੀ ਨਹੀਂ ਬਲਕਿ ਮੇਰੀ ਨਿਕਲੇ। ਤੇ ਜੇ ਉਹ ਮੇਰੀ ਨਿਕਲੇ ਤਾਂ ਫਿਰ ਤੁਹਾਨੂੰ ਪਹਿਲਾਂ ਦੌੜ ਲਾਉਣ ਦੀ ਕੀ ਲੋੜ ਆ? ਵੇਟ ਕਰੋ, ਜੇ ਤੁਹਾਡੀ ਹੋਊਗੀ ਤੁਹਾਡੇ ਕੋਲ ਆਪਣੇ ਆਪ ਆ ਜਾਏਗੀ। ਹਾਲੇਲੂਇਆ, ਆਪਣੇ ਆਪ ਆ ਜਾਏਗੀ। ਵਿਚੋਲੇ ਨੂੰ ਇਹ ਕਿਹਾ ਜਾਂਦਾ ਹੈ ਕਿ ਸਾਡੇ ਮੁੰਡੇ ਵਾਸਤੇ ਕੋਈ ਕੁੜੀ ਦੇਖਿਓ। ਇਹਦੇ ਕਹਿੰਦੇ ਆ, ਵਿਚੋਲੇ ਨੂੰ ਇਹ ਕਹਿੰਦੇ ਆ ਕਿ ਸਾਡੇ ਮੁੰਡੇ ਲਈ ਇੱਕ ਕੁੜੀ ਦੇਖਿਓ। ਤੇ ਅੱਜ ਕੱਲ ਇਹ ਗੱਲ ਬਦਲ ਗਈ ਆ। ਵਿਚੋਲੇ ਨੂੰ ਕਹਿੰਦੇ ਆ ਫਲਾਣੇ ਪਿੰਡ ਦੀ ਕੁੜੀ ਆ, ਉਹ +2 ਕਰਦੀ ਪਈ ਆ, ਉਹਦੇ ਘਰ ਜਾ ਕੇ ਸਾਡੇ ਮੁੰਡੇ ਲਈ ਉਹਦਾ ਹੱਥ ਮੰਗ ਲਓ।
ਮਤਲਬ ਕੁੜੀ ਲੱਭਣ ਦੀ ਨਹੀਂ ਕਹਿੰਨੇਗੇ, ਸਿੱਧਾ ਕਹਿੰਦੇ ਆ ਕਿ ਫਲਾਣੇ ਥਾਂ ਫਲਾਣੀ ਕੁੜੀ ਆ, ਉਹਦਾ ਰਿਸ਼ਤਾ ਸਾਡੇ ਮੁੰਡੇ ਲਈ ਮੰਗਣਾ ਆ। ਕਿਉਂ? ਕਿਉਂਕਿ ਇੱਕ ਦੂਜੇ ਨੂੰ ਜਾਣਦੇ ਆ, ਉਹ ਇੱਕ ਦੂਜੇ ਨੂੰ ਜਾਣਦੇ ਆ, ਪਹਿਲਾਂ ਹੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਆ, ਨੰਬਰ ਇਹਨਾਂ ਦੇ ਲਾਇਓ ਆ, ਤੇ ਵਿਚੋਲਾ ਤਾਂ ਵਿਚਾਰਾ ਫਾਰਮੈਲਿਟੀ ਲਈ ਖੜਾ ਕੀਤਾ ਹੁੰਦਾ ਵਿੱਚ, ਤੇ ਜਦੋਂ ਫਿਰ ਨਿਭਦੀ ਨਹੀਂ ਗਈ ਤੇ ਵਿਚੋਲੇ ਨੂੰ ਬਾਲੋਂ ਫੜ ਲੈਂਦੇ ਆ। ਸੈਟਿੰਗ ਪਹਿਲਾਂ ਕੀਤੀ ਹੁੰਦੀ ਆ, ਨਿਭਣ ਜਦੋਂ ਨਿਭਦੀਆਂ ਨਹੀਂ ਆ, ਪਿਆਰ ਪਿਓ ਖਤਮ ਹੋ ਜਾਂਦਾ ਆ, ਤੇ ਵਿਚੋਲੇ ਦੇ ਬਾਲ ਵਿਚਾਰੇ ਉਹਦੇ ਮਾਲਕਾਂ ਦੇ ਸਿਰ ਦੇ ਹੱਥ 'ਚ ਹੁੰਦੇ ਆ, ਤੇ ਵਿਚੋਲਾ ਰੋਜ਼ ਹੀ ਜਾਨ ਬਚਾਉਣ ਨੂੰ ਦੌੜਾ ਭੱਜਾ ਫਿਰਦਾ ਹੁੰਦਾ ਕਿ ਮੈਂ ਕਿੱਦਾਂ ਬਚਾਵਾਂ। ਹਾਲੇਲੂਇਆ। ਲਵ ਮੈਰਿਜ, ਬਾਈਬਲ ਲਵ ਮੈਰਿਜ ਨੂੰ ਜਨਾਹ ਆਖਦੀ ਆ, ਤੇ ਜਨਾਹਕਾਰ ਦੀ ਮਾਫੀ ਨਹੀਂ ਹੈ, ਜਿਹਦੀ ਮਾਫੀ ਨਹੀਂ ਹੈ ਉਹਦੀ ਪ੍ਰਾਰਥਨਾ ਦਾ ਵੀ ਉੱਤਰ ਨਹੀਂ ਹੁੰਦਾ। ਬਹੁਤ ਪ੍ਰਾਰਥਨਾ ਕਰਕੇ ਦੇਖੀਆਂ ਆ, ਬਹੁਤ ਸਟੈਪ ਚੁੱਕ ਕੇ ਦੇਖੀ ਆ, ਬਹੁਤ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦਾ ਭਗਤੀਆਂ ਕਰਕੇ ਦੇਖੀਆਂ ਆ। ਪ੍ਰਭੂ ਮੈਂ ਆਤਮਾ ਤੇ ਸੱਚਾਈ 'ਚ ਭਗਤੀ ਕਰਦੀ ਆ, ਆਤਮਾ ਤੇ ਸੱਚਾਈ ਨਾਲ ਭਗਤੀ ਕਰਦਾ ਆ, ਪਰ ਪਸਲੀ ਕਿਸੇ ਹੋਰ ਦੀ ਤੇ ਹੱਕ ਰੱਖ ਕੇ, ਕਿਸੇ ਹੋਰ ਦੀ ਪਸਲੀ ਤੇ ਹੱਕ ਰੱਖ ਕੇ ਤੂੰ ਕਿੱਦਾਂ ਸੱਚਾਈ ਦੀ ਆਤਮਾ 'ਚ ਭਗਤੀ ਕਰ ਲੇਗਾ? ਕਿੱਦਾਂ ਤੇਰੀ ਪ੍ਰਾਰਥਨਾ ਸੁਣੀ ਜਾਏਗੀ? ਸ਼ੈਤਾਨ ਰਿਸ਼ਤੇ ਤੋੜਨਾ ਚਾਹੁੰਦਾ ਆ ਰੱਬ ਦੇ ਨਾਲੋਂ। ਝੂਠ ਬੋਲਦੇ ਆ, ਹੇਰਾ ਫੇਰੀ ਹੁੰਦੀ ਆ, ਚੁਗਲੀ ਹੁੰਦੀ ਆ, ਨਿੰਦਿਆ ਹੁੰਦੀ, ਕਈ ਕੁਝ ਹੁੰਦਾ ਆ, ਵੀ ਯਿਸੂ ਮਸੀਹ ਦੇ ਨਾਂ 'ਚ ਮਾਫੀ ਮਿਲ ਜਾਂਦੀ ਆ। ਤੇ ਸਭ ਤੋਂ ਤੇਜ਼ ਦੁਨੀਆ ਦੇ ਉੱਤੇ ਕੋਈ ਜੇ ਤਾਕਤ ਹੈਗੀ ਆ, ਸਭ ਤੋਂ ਤੇਜ਼ ਜੇ ਕੋਈ ਚੀਜ਼ ਹੈਗੀ ਆ, ਤੇ ਉਹ ਆ ਨਿਗਾਹ। ਤੇ ਨਿਗਾਹ ਇੰਨੀ ਫਾਸਟ ਮੇਰੇ ਸੋ ਜਨਾਹ ਦਾ ਜਨਾਹਕਾਰੀ ਕਰਦੀ ਆ, ਅੱਖਾਂ ਇੰਨੀ ਤੇਜ਼ ਜਨਾਹਕਾਰੀ ਕਰਦੀਆਂ ਆ ਕਿ ਇਹਦੇ ਬਰਾਬਰ, ਇਹਦੇ ਤੁਲ ਕੋਈ ਹੋਰ ਪਾਪ ਹੁੰਦਾ ਹੀ ਨਹੀਂ ਆ, ਤੇ ਇੰਨੀ ਫਾਸਟ ਹੁੰਦਾ ਹੀ ਨਹੀਂ ਆ। ਜਿੰਨੀ ਛੇਤੀ, ਜਿੰਨੀ ਜਲਦੀ, ਜਿੰਨੇ ਥੋੜੇ ਸਮੇਂ 'ਚ ਇਨਸਾਨ ਦੀਆਂ ਅੱਖਾਂ ਬਹੁਤ ਵੱਡਾ ਪਾਪ ਕਰਦੀਆਂ ਆ, ਇੰਨੀ ਛੇਤੀ ਕੋਈ ਹੋਰ ਪਾਪ ਨਹੀਂ ਹੁੰਦਾ। ਅੱਖ ਚਮਕਦੇ ਫੋਰ ਨਾ ਕਿਸੇ ਨੂੰ ਬੁਰੀ ਨਜ਼ਰ ਨਾ ਦੇਖਣਾ, ਬਸ ਸਮਝੋ ਜਨਾਹ ਹੋ ਗਿਆ। ਬਾਈਬਲ ਬਿਆਨ ਕਰਦੀ ਹੈ। ਇੱਕ ਵਾਰ ਪੜ੍ਹੀਏ ਮੱਤੀ ਦੀ ਅੰਜੀਲ 5 ਅਧਿਆਇ ਉਹਦੀ 27-28 ਆਇਤ ਨੂੰ। ਮੱਤੀ 5 ਉਹਦੀ 28। ਪਰ ਮੈਂ ਤੁਹਾਨੂੰ ਆਖਦਾ ਹਾਂ, ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਜੇ ਕੋਈ ਤੀਵੀਂ ਨੂੰ, ਔਰਤ ਨੂੰ ਬੁਰੀ ਇੱਛਾ ਨਾਲ ਵੇਖਦਾ ਆ, ਅੱਖ ਚਮਕਦੇ ਫੋਰ ਨਾ ਦੇਖ ਕੇ ਮੂੰਹ ਭਰੇ ਨੂੰ ਕਰ ਲਿਆ, ਪਰ ਸੋਚ ਕੁਝ ਹੋਰ ਆ। ਹਾਂਜੀ, ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ। ਸੋ ਉਸੇ ਵਕਤ ਆਪਣੇ ਮਨ ਤੋਂ ਉਹਦੇ ਨਾਲ ਜਨਾਹ ਕਰ ਚੁੱਕਿਆ। ਸਭ ਤੋਂ ਫਾਸਟ ਜਿਹੜਾ ਪਾਪ ਆ ਉਹ ਇਹਨਾਂ ਨਜ਼ਰਾਂ ਤੋਂ ਆ, ਅੱਖਾਂ ਤੋਂ। ਜਿਹੜਾ ਕਹਿੰਦਾ ਨਾ ਕਿ ਪਹਿਲੀ ਨਜ਼ਰ 'ਚ ਮੈਨੂੰ ਪਿਆਰ ਹੋ ਗਿਆ, ਪਿਆਰ ਨਹੀਂ ਹੋ ਗਿਆ, ਪਹਿਲੀ ਨਜ਼ਰ 'ਚ ਹੀ ਰੱਬ ਦੇ ਨਿਗਾਹ 'ਚ ਤੂੰ ਦੋਸ਼ੀ ਹੋ ਗਿਆ। ਪਹਿਲੀ ਨਜ਼ਰ ਦੇ ਵਿੱਚ ਹੀ ਤੂੰ ਰੱਬ ਦੇ ਅੱਗੇ ਅਪਰਾਧੀ ਹੋ ਗਿਆ, ਗੁਨਾਹਗਾਰ ਹੋ ਗਿਆ। ਉਹ ਅਪਰਾਧ, ਉਹ ਗੁਨਾਹ ਤੇ ਤੋਂ ਹੋਇਆ ਆ ਜਿਹਦੀ ਮਾਫੀ ਪੈਦਾ ਹੀ ਨਹੀਂ ਹੋਈ ਅਜੇ, ਜਿਹਦੀ ਮਾਫੀ ਪੈਦਾ ਹੀ ਨਹੀਂ ਹੋਈ, ਤੂੰ ਉਹ ਹੋ ਗਿਆ। ਕਿਵੇਂ ਪਰਮੇਸ਼ਵਰ ਪ੍ਰਾਰਥਨਾ ਦਾ ਉੱਤਰ ਦੇਵੇਗਾ? ਕਿੱਦਾਂ ਪਰਮੇਸ਼ਵਰ ਤੋਂ ਆਸ਼ੀਸ਼ ਆਵੇਗੀ? ਜੀਵਨ ਉਧਰ ਨੂੰ ਲੈ ਕੇ ਤੁਰੇ ਆ, ਸੋਚਾਂ ਉਧਰ ਨੂੰ ਲੈ ਕੇ ਤੁਰੇ ਆ ਜਿੱਧਰੋਂ ਪਰਮੇਸ਼ਵਰ ਸਾਨੂੰ ਮੋੜ ਕੇ ਲੈ ਕੇ ਆਇਆ ਆਪਣੇ ਪੁੱਤਰ ਯਿਸੂ ਮਸੀਹ ਦੇ ਵਸੀਲੇ ਨਾਲ। ਸਾਡੀਆਂ ਗੱਲਾਂ, ਸਾਡੀਆਂ ਚਾਹਤਾਂ, ਸਾਡੀਆਂ ਖੁਆਇਸ਼ਾਂ, ਸਾਡੀਆਂ ਅਭਿਲਾਸ਼ਾਵਾਂ ਜਿਹੜੀਆਂ ਆ ਉਧਰ ਨੂੰ ਗਈਆਂ ਆ ਜਿੱਥੋਂ ਜਿਨ੍ਹਾਂ ਵੱਲ ਨੂੰ ਪਰਮੇਸ਼ਵਰ ਦੇਖਣਾ ਵੀ ਪਸੰਦ ਨਹੀਂ ਕਰਦਾ। ਤੇ ਆਦਮੀ ਦੇ ਨਜ਼ਰ ਦੇ ਵਿੱਚ ਮੇਰੇ ਜੋ ਕੁਝ ਉੱਤਮ ਆ, ਜ਼ਰੂਰੀ ਨਹੀਂ ਆ ਕਿ ਪਰਮੇਸ਼ਵਰ ਦੀ ਨਜ਼ਰ 'ਚ ਉਹ ਉੱਤਮ ਹੀ ਹੋਵੇ। ਜੋ ਆਦਮੀ ਨੂੰ ਸੁੰਦਰ ਲੱਗਦਾ ਹੈ, ਜ਼ਰੂਰੀ ਨਹੀਂ ਹੈ ਕਿ ਪਰਮੇਸ਼ਵਰ ਨੂੰ ਸੁੰਦਰ ਲੱਗੇ। ਜੋ ਆਦਮੀ ਨੂੰ ਚੰਗਾ ਲੱਗਦਾ, ਜ਼ਰੂਰੀ ਨਹੀਂ ਆ ਕਿ ਉਹ ਪਰਮੇਸ਼ਵਰ ਨੂੰ ਵੀ ਚੰਗਾ ਲੱਗੇ। ਤੇ ਅੱਜ ਇਨਸਾਨ ਆਪੂ ਜੋ ਆਦਮੀ ਨੂੰ ਆਪ ਚੰਗਾ ਲੱਗਦਾ, ਬਸ ਉਸ ਚੀਜ਼ ਦੇ ਪਿੱਛੇ ਦੌੜ ਪੈਂਦਾ, ਉਸ ਚੀਜ਼ ਦੇ ਪਿੱਛੇ ਦੌੜ ਪੈਂਦਾ ਹੈ, ਫਿਰ ਫੇਲ ਹੁੰਦਾ, ਫਿਰ ਅਸਫਲ ਹੁੰਦਾ,
ਫਿਰ ਚਾਹੇ ਇੱਕ ਟਾਈਮ ਦੀ ਪ੍ਰਾਰਥਨਾ, ਚਾਹੇ 3 ਟਾਈਮ ਦੀ ਪ੍ਰਾਰਥਨਾ, ਚਾਹੇ 7 ਟਾਈਮ ਦੀ ਪ੍ਰਾਰਥਨਾ ਆ, ਉੱਤਰ ਲੈ ਕੇ ਨਹੀਂ ਆਵੇਗੀ। ਕੋਈ ਤਸੱਲੀ, ਕੋਈ ਦਿਲਾਸਾ ਨਹੀਂ ਆਵੇਗਾ। ਪਰ ਦਾਊਦ ਨੇ ਕੀ ਕਿਹਾ? ਤੇਰੀ ਬੋਟੀ। ਹਰੇਕ ਜਿਹੜਾ ਆਪਣੀ ਕੁਆਰੀ ਨੂੰ ਵਿਆਹੁੰਦਾ ਆ ਉਹ ਚੰਗਾ ਕਰਦਾ ਆ। ਤੇਰੀ ਬੋਟੀ ਇੱਕ ਚੰਗੀ ਦਾਖ ਰਸ, ਹਾਂਜੀ ਪੜੀਏ। तेरी वोटी फलदार दाख वांगू ਫਲਦਾਰ ਬੇਲ ਵਾਂਗੂ तेरे घर दे अंदर होवेगी। ਤੇਰੇ ਘਰ ਦੇ ਅੰਦਰ ਹੋਵੇਗੀ। ਫਲਦਾਰ। ਯਾਕੂਬ ਜੋ ਜੋ ਚਾਹੁੰਦਾ ਸੀ ਆਪਣੀ ਪਤਨੀ ਤੋਂ ਨਹੀਂ ਪ੍ਰਾਪਤ ਹੋ ਪਾ ਰਿਹਾ ਸੀ, ਬੇਫਲ ਸੀ। ਜੇ ਉਹਨੂੰ ਲੱਗਦਾ ਸੀ ਕਿ ਜਦੋਂ ਮੇਰੇ ਘਰ ਦੇ ਵਿੱਚ ਆ ਜਾਏਗੀ ਮੇਰੇ ਘਰ ਦੇ ਵਿੱਚ ਰੌਣਕ ਵੱਧ ਜਾਣੀ ਆ, ਨਹੀਂ ਵਧੀ। ਜੋ ਲੱਗਦਾ ਸੀ ਕਿ ਜਦੋਂ ਮੇਰੇ ਕੋਲੇ ਆ ਜਾਣੀ ਆ ਮੇਰੀ ਪਰਸਨੈਲਿਟੀ ਵੱਧ ਜਾਣੀ ਆ, ਨਹੀਂ ਵਧੀ। ਜੋ ਲੱਗਦਾ ਸੀ ਕਿ ਜਦੋਂ ਮੇਰੇ ਘਰੇ ਆ ਜਾਣੀ ਆ ਮੇਰਾ ਨਾਮ ਉੱਚਾ ਹੋ ਜਾਣਾ, ਨਹੀਂ ਹੋਇਆ। ਕਿਸੇ ਪਾਸਿਓਂ ਵੀ ਯਾਕੂਬ ਨੂੰ ਰਖੇਲ ਦੇ ਵੱਲੋਂ ਕੋਈ ਫਲ ਨਹੀਂ ਆ ਰਿਹਾ ਸੀ। ਜੇ ਹੁੰਦਾ ਕਿ ਇਹਦੇ ਦੁਆਰਾ ਸ਼ਾਂਤੀ ਮੈਨੂੰ ਮਿਲ ਜਾਣੀ ਹੈ, ਨਹੀਂ। ਲਿਖਿਆ ਜਦੋਂ ਲਿਆ ਦੇ ਪੁੱਤਰ ਹੋਇਆ ਤਾਂ ਰਖੇਲ ਨੇ ਕੀ ਕਿਹਾ? ਕਹਿੰਦੀ ਮੈਨੂੰ ਵੀ ਹੁਣ ਤੇ ਤੋਂ ਪੁੱਤਰ ਚਾਹੀਦਾ। ਉਹ ਕਹਿੰਦਾ ਮੈਂ ਪਰਮੇਸ਼ਰ ਆ, ਪਰਮੇਸ਼ਰ ਦੇ ਥਾਂ ਤੇ ਜਿਹੜਾ ਤੈਨੂੰ ਪੁੱਤਰ ਦੇਵਾਂ, ਕੁੱਖ ਤਾਂ ਤੇਰੀ ਬੰਦ ਆ, ਮੈਂ ਤੈਨੂੰ ਪੁੱਤਰ ਕਿੱਥੋਂ ਦੇਵਾਂ? ਮੀਨਸ ਉਹ ਵੀ ਉਹਨੂੰ ਪਿਆਰ ਨਾਲ ਨਹੀਂ ਬੋਲਿਆ, ਇਹਦਾ ਮਤਲਬ ਉਹਨਾਂ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਕਹਿ ਚੱਲਦੀ ਪਈ ਸੀ। ਯਾਕੂਬ ਨੂੰ ਫਲ ਨਹੀਂ ਮਿਲ ਪਾ ਰਿਹਾ ਸੀ ਤੇ ਇੱਥੇ ਉਹ ਦਾਊਦ ਕਹਿੰਦਾ ਤੇਰੀ ਬੋਟੀ ਫਲਦਾਰ ਦਾਖ ਦੇ ਵਾਂਗੂ ਤੇਰੇ ਘਰ ਦੇ ਅੰਦਰ, ਤੇਰੇ ਜੀਵਨ ਦੇ ਅੰਦਰ ਹੋਵੇਗੀ। ਤੂੰ ਉਹਦੇ ਦੁਆਰਾ ਵਧੇਗਾ, ਤੂੰ ਆਸ਼ੀਸ਼ਿਤ ਹੋਵੇਗਾ ਉਹਦੇ ਦੁਆਰਾ, ਕਿਉਂਕਿ ਜਿਹੜੀ ਚੀਜ਼ ਤੇਰੇ ਲਈ ਤਿਆਰ ਕੀਤੀ ਆ ਉਹਦੇ ਦੁਆਰਾ ਹੀ ਤੇਰਾ ਵਾਧਾ ਆ। ਜਿਹੜੀ ਚੀਜ਼ ਤੁਹਾਡੇ ਲਈ ਤਿਆਰ ਹੀ ਨਹੀਂ ਕੀਤੀ ਤੁਹਾਡਾ ਕਦੀ ਵੀ ਉਹਦੇ ਦੁਆਰਾ ਵਾਧਾ ਹੋ ਨਹੀਂ ਸਕਦਾ। ਹਾਲੇਲੂਇਆ। ਨਿਰਾਸ਼ ਨਹੀਂ ਹੋਣਾ, ਵਚਨ ਨੂੰ ਫੋਲੋ ਕਰਨਾ ਹੈ ਕਿ ਸਾਡਾ ਅਸਲ ਫਲ ਕਿੱਥੋਂ ਆ, ਸਾਡੀ ਅਸਲ ਬਰਕਤ ਕਿੱਥੋਂ ਆ। ਸਿਰਫ ਇੱਕ ਵਿਆਹਤਾ ਜ਼ਿੰਦਗੀ ਆ ਜਿਹਦੇ ਵਿੱਚ ਮੇਰੇ ਜੋ ਲੜਕੀ ਨੇ ਲੜਕੇ ਤੇ ਲੜਕੇ ਨੇ ਲੜਕੀ ਦੇ ਉੱਤੇ ਵਿਸ਼ਵਾਸ ਕਰਨਾ ਹੁੰਦਾ ਆ ਤੇ ਕਿੰਨੇ ਸਾਲ ਖੁਸ਼ੀ ਕੱਢਣੇ ਹੁੰਦੇ ਆ। ਤੇ ਜੇ ਇੱਥੇ ਹੀ ਅਸੀਂ ਫੈਸਲਾ ਗਲਤ ਲੈ ਲਿਆ, ਮੈਂ ਆਪਣੀ ਸੇਵਕਾਈ ਦੇ ਦੌਰਾਨ ਕੁਝ ਏਦਾਂ ਦੇ ਸੇਵਕਾਂ ਨੂੰ ਜਾਣਦਾ ਆ ਜਿਨ੍ਹਾਂ ਨੇ ਆਪਣੀ ਲਾਈਫ 'ਚ ਲਵ ਮੈਰਿਜਾਂ ਕੀਤੀਆਂ ਆ। ਮੈਨੂੰ ਜਦੋਂ ਇਹ ਵਚਨ ਮਿਲਿਆ ਮੈਂ ਘਰ ਜਾ ਕੇ ਰੱਬ ਦੀ ਦਾਸੀ ਨੂੰ ਦੱਸਿਆ, ਮੈਂ ਕਿਹਾ ਮੈਨੂੰ ਪ੍ਰਭੂ ਦਾ ਵਚਨ ਕੁਝ ਹੋਰ ਹੀ ਮਿਲੀ ਜਾਂਦਾ ਹੈ, ਮੇਰੇ ਪਤਾ ਨਹੀਂ ਦਿਮਾਗ ਕਿਉਂ ਉਧਰ ਨੂੰ ਕਿਉਂ ਜਾਈ ਜਾਂਦਾ ਬਾਰ-ਬਾਰ। ਫਿਰ ਉਹਨਾਂ ਨੇ ਵੀ ਕਿਹਾ, ਕਹਿੰਦੇ ਮੈਂ ਇੱਕ ਦੋ ਸੇਵਕ ਇਦਾਂ ਦੀ ਜਾਣਦੀ ਆ ਜਿਨ੍ਹਾਂ ਨੇ ਲਵ ਮੈਰਿਜਾਂ ਕੀਤੀਆਂ ਆ। ਹੁਣ ਜੇ ਸੇਵਕਾਂ ਦੇ ਵਿੱਚ ਲਵ ਮੈਰਿਜਾਂ ਹੋਣ ਤੇ ਵਿਸ਼ਵਾਸੀ ਕੀ ਕਰਨਗੇ? ਜੇ ਸੇਵਕ ਨੇ ਕੀਤੀ ਹੈ ਤਾਂ ਮੁੜ ਕੇ ਉਹਨਾਂ ਨੇ ਤੇ ਇਹ ਵਚਨ ਕਰਨਾ ਹੀ ਨਹੀਂ ਬਾਈਬਲ ਦਾ, ਇਹ ਵਚਨ ਉਹਨਾਂ ਨੇ ਕੱਟ ਦੇਣਾ। ਬਾਈਬਲ ਚੋਂ ਇਹ ਵਚਨ ਉਹਨਾਂ ਨੇ ਕੱਟ ਦੇਣਾ, ਉਹਨਾਂ ਨੇ ਸੁਣਾਉਣਾ ਹੀ ਨਹੀਂ ਆ। ਕਿਉਂਕਿ ਜਿਹੜੀ ਚੀਜ਼ ਸਾਡੇ ਤੇ ਢੁਕਦੀ ਅਸੀਂ ਕਦੀ ਵੀ ਨਹੀਂ ਸੁਣਾਉਂਦੇ। ਤੇ ਜੇ ਸੇਵਕ ਇਦਾਂ ਦੇ ਹਾਲਾਤਾਂ ਦੇ ਵਿੱਚ ਆ ਜਾਣਗੇ ਤਾਂ ਵਿਸ਼ਵਾਸੀਆਂ ਦੇ ਕੀ ਹਾਲਾਤ ਹੋਣਗੇ? ਪਰ ਬਾਈਬਲ ਨਾ ਸੇਵਕ ਨੂੰ ਮੇਰੇ ਸੇਵਕ ਦਾ ਪੱਖ ਕਰਦੀ ਤੇ ਨਾ ਉਹ ਵਿਸ਼ਵਾਸੀ ਦਾ ਪੱਖ ਕਰਦੀ। ਬਾਈਬਲ ਧਰਮੀ ਦੇ ਪੱਖ ਦੇ ਵਿੱਚ ਆ, ਬਾਈਬਲ ਹੁਕਮਾਂ 'ਚ ਚੱਲਣ ਵਾਲੀ ਇਨਸਾਨ ਦੇ ਪੱਖ ਵਿੱਚ ਆ। ਇਹ ਮੈਂ ਸਖਤੀ ਨਾਲ ਕਾਨੂੰਨ ਨਹੀਂ ਦੱਸ ਰਿਹਾ ਕਿ ਤੁਸੀਂ ਲਵ ਮੈਰਿਜ ਨਹੀਂ ਕਰਨੀ, ਪਰ ਮੈਂ ਬਾਈਬਲ ਦੀ ਸਲਾਹ ਦੱਸ ਰਿਹਾ ਕਿ ਬਾਈਬਲ ਵਿੱਚ ਦੀ ਹੋ ਕੇ ਮੇਰਾ ਪਰਮੇਸ਼ਰ ਸਲਾਹ ਦਿੰਦਾ ਆ ਕਿ ਜੇ ਤੁਸੀਂ ਆਪਣੀ ਪਸਲੀ ਦੀ ਉਡੀਕ ਕਰਨ ਤੋਂ ਬਗੈਰ ਕਿਸੇ ਹੋਰ ਪਸਲੀ ਵੱਲ ਮਨ ਲਗਾ ਕੇ ਉਹਨੂੰ ਵਿਆਹ ਲਓਗੇ, ਉਹ ਜਨਾਹ ਆ ਜਿਵੇਂ ਬਾਈਬਲ 'ਚ ਬਿਆਨ ਕੀਤਾ ਗਿਆ। ਉਤਪਤ 6 ਉਹਦੀ 1-2 ਆਇਤ ਦੇ ਵਿੱਚ ਪੜ੍ਹੀਏ, ਇੱਕ ਵਾਰੀ ਫਿਰ ਹਿੰਦੀ ਦੇ ਵਿੱਚ ਸਮਾਪਤ ਕਰੀਏ। उत्पत्ति किताब 6 अध्याय ਉਹਦੀ 1 2 3 आयत पढ़िए, समाप्त करिए। फिर जब मनुष्य भूमि के ऊपर
बहुत बढ़ने लगे जद इंसान धरती दे उत्ते बहुत बदन लगे, और उनकी बेटियां उत्पन्न हुई, उनके बेटियां उत्पन्न हुई, तब परमेश्वर के पुत्रों ने तब परमेश्वर के पुत्रों ने मनुष्यों की पुत्रियों को देखा मनुष्यों की पुत्रियों को देखा कि वे सुंदर है वह सुंदर है। उन्होंने अपनियां अखां तो सुंदरता देखी, रब दी रजा नहीं देखी। उन्होंने अपनियां अखां तो सुंदरता देखी आ, परमेश्वर दी रजा नहीं देखी कि रब दी की रजा है, रब दी की रजा है। क्योंकि आज जिस युग च असीं चल रहे हैं, ये युग है ही इदां दा, ये युग है ही इदां दा आ कि ये अखियां दे अनुसार इंसान काम करदा है, ना कि रब दी इच्छा दे अनुसार। मनुष्य के पुत्रों ने उनकी सुंदरता को देखा और उन्होंने जिस जिसको चाहा, उन्होंने जिस जिसको चाहा। मेरी आंखों को कौन अच्छा लगता है, मुझे कौन ज्यादा सुंदर दिखाई दे रही है, इस संसार जिस जिसको उन्होंने चाहा। इंसान दा मन जेदे उत्ते आंदा ਉਹਦੇ ਨਾਲ शादी करदा, ਤੇ ਉਹ ਇਹ ਕਦੀ ਨਹੀਂ ਸੋਚਦਾ ਕਿ ਕੀ ਰੱਬ ਦੀ ਇਹ ਯੋਜਨਾ ਹੈਗੀ ਆ, ਕਿ ਪਰਮੇਸ਼ਵਰ ਦੀ ਇਹ ਯੋਜਨਾ ਹੈਗੀ ਆ। ਬਾਈਬਲ ਦੇ ਇੱਕ ਆਇਤ ਆ ਨਿਊ ਨਵੇਂ ਨੇਮ ਦੇ ਵਿੱਚ, ਜਿਹਨੂੰ ਰੱਬ ਜੋੜ ਦਿੰਦਾ ਉਹਨੂੰ ਕੋਈ ਵੀ ਤੋੜੇ ਨਾ। ਜਦੋਂ ਤਾਂ ਲਵ ਮੈਰਿਜ ਹੁੰਦੀ ਆ ਉਦੋਂ ਤਾਂ ਕਹਿੰਦੇ ਰੱਬ ਦੀ ਰਜ਼ਾ ਆ, ਫਿਰ ਹੁਣ ਤੋੜਨ ਦੇ ਬਹਾਨੇ ਲੱਭਦੇ ਹੁੰਦੇ ਆ, ਤੋੜਨ ਦੇ ਬਹਾਨੇ ਕਿ ਕਿਤੇ ਟੁੱਟ ਜਾਏ ਹੁਣ ਮੇਰੀ ਇਹਦੇ ਨਾਲੋਂ, ਮੈਂ ਹੁਣ ਇਹ ਤੋਂ ਵੱਖਰਾ ਹੀ ਹੋ ਜਾਵਾਂ, ਮੇਰਾ ਨਹੀਂ ਹੁਣ ਗੁਜ਼ਾਰਾ ਹੋ ਸਕਦਾ ਇਹਦੇ ਨਾਲ। ਤੇ ਖੁਦਾ ਕੀ ਕਹਿੰਦਾ ਆ, ਜਿਹਨੂੰ ਰੱਬ ਜੋੜਦਾ, ਵਚਨ ਕਹਿੰਦਾ ਜਿਹਨੂੰ ਰੱਬ ਜੋੜ ਦਿੰਦਾ ਉਹਨੂੰ ਕੋਈ ਤੋੜੇ ਨਾ। ਤੇ ਰੱਬ ਜਿਹਨੂੰ ਜੋੜਦਾ ਉਹਨੂੰ ਤੋੜਨ ਦੀ ਲੋੜ ਵੀ ਨਹੀਂ ਪੈਂਦੀ। इंसान ने अपनियां अखां दे देखण दे नाल फैसला कीता कि मैं किहनूं विआहना आ, मैं किहदे नाल शादी करनी आ, मेरी पर्सनैलिटी किहदे नाल बनदी आ, मैं तुरिया जांदा किहदे नाल सोहना लगदा आ, कौन मेरे नाल खड़ी जचदी आ, कौन साडे घर दे विच सैट हुंदी आ, कौन ज्यादा लैके आउंदी आ, कौन मैनूं सैट करदी आ। पर यह नहीं सोचदा कि किहने मैनूं किहने सैट करना है। हालेलुया। ਅਸੀਂ ਸੈਟਿੰਗ ਦੇਖਦੇ ਆਪਣੀ ਜ਼ਿੰਦਗੀ ਦੀ ਕਿ ਮੇਰੀ ਸੈਟਿੰਗ ਕਿਸ ਤਰ੍ਹਾਂ ਹੋ ਜਾਵੇ, ਪਰ ਇਹ ਨਹੀਂ ਦੇਖਦੇਗੇ ਉਹ ਤਾਂ ਸੈਟਿੰਗ ਹੋ ਜਾਊਗੀ ਤੇ ਖੁਦਾ ਦੇ ਵੱਲੋਂ ਅਪ ਸੈਟਿੰਗ ਹੋ ਜਾਣੀ ਆ, ਫਿਰ ਕੁਝ ਨਹੀਂ ਹੋ ਸਕਦਾ, ਫਿਰ ਕੁਝ ਨਹੀਂ ਹੋ ਸਕਦਾ। ਆਪੋ ਆਪਣੀ ਪਤਨੀ ਨਾਲ, ਭਾਵ ਆਪੋ ਆਪਣੀ ਪਸਲੀ ਨਾਲ ਵਿਆਹ ਕਰਵਾਓ। ਜਿਹੜੀ ਤੁਹਾਡੀ ਪਸਲੀ ਜਿੱਥੇ ਹੈ ਉੱਥੇ ਉਹਦੀ ਵੇਟ ਕਰੋ, ਉਡੀਕ ਕਰੋ, ਖੁਦਾ इंतजाम करेगा। 30 साल उम्र हो गई मेरी, 32 साल हो गए, 34 साल हो गई, अजे खुदा नूं मेरी पसली नहीं लभी। अजूब की कहंदा, जिन्हें मैनूं कुख च पैदा कीता, की उन्हें मेरी पसली नूं पैदा नहीं कीता? कीता आ, पर सबर नहीं आ, सबर नहीं आ। बाइबल दे विच वचन जो असीं पढ़दे आ, लिखा जब कामना कामना की गल की कि जो अभिलाषा इंसान के अंदर आउंदी आ ते उस तो पाप पैदा हुंदा। जो असीं अपनी अभिलाषा दे नाल, अपनी सोचां दे नाल, अपने ख्यालां दे नाल अपनी जिंदगी का फैसला करते हैं, उस तो पाप पैदा हुंदा है। ਤੇ ਜਿਹੜੀ ਚੀਜ਼ ਤੋਂ ਪਾਪ ਪੈਦਾ ਹੋਵੇ, ਪਰਮੇਸ਼ਰ ਤਾਂ ਪਾਪ ਨੂੰ ਹੀ ਪਸੰਦ ਨਹੀਂ ਕਰਦਾ। ਤਾਂ ਜਿਸ ਚੀਜ਼ ਤੋਂ ਪਾਪ ਪੈਦਾ ਹੁੰਦਾ, ਜਿਸ ਮਸ਼ੀਨਰੀ ਤੋਂ, ਜਿਸ ਫੈਕਟਰੀ ਚੋਂ ਪਾਪ ਪੈਦਾ ਹੁੰਦਾ, ਕੀ ਪਰਮੇਸ਼ਰ ਉਸ ਫੈਕਟਰੀ ਨੂੰ, ਮਸ਼ੀਨਰੀ ਨੂੰ ਪਸੰਦ ਕਰੇਗਾ? ਜਿਹੜਾ ਪਰਮੇਸ਼ਰ ਪਾਪ ਨੂੰ ਪਸੰਦ ਨਹੀਂ ਕਰਦਾਗਾ ਤੇ ਪਾਪ ਨੂੰ ਪੈਦਾ ਕਰਨ ਵਾਲੇ ਨੂੰ ਵੀ ਪਸੰਦ ਨਹੀਂ ਕਰਦਾ। ਇੱਕ ਸਫਲ ਜ਼ਿੰਦਗੀ दाऊद ने बयान की,
ਜ਼ਬੂਰ 128 ਅਧਿਆਇ ਦੀ ਪੜਾਂਗੇ, ਉਸੇ ਆਇਤ ਨੂੰ ਪੂਰਾ ਕਰਾਂਗੇ। ਜ਼ਬੂਰ 128 ਅਧਿਆਇ ਉਹਦੀ 3 ਆਇਤ ਪੂਰੀ ਕਰਾਂਗੇ ਅਸੀਂ। तेरे बच्चे जैतून दे बूटियां वांग, ਸ਼ੁਰੂ ਤੋਂ तेरी बोटी फलदार दाख वांगू तेरे घर दे अंदर होवेगी। ਤੇਰੀ ਬਹੁਤੀ ਫਲਦਾਰ ਦਾਖ ਦੇ ਵਾਂਗੂ ਤੇਰੇ ਘਰ ਦੇ ਅੰਦਰ ਹੋਵੇਗੀ। तेरे बच्चे जैतून दे बूटियां वांग तेरी मेज दे आले दुआले होणगे। ਤੇਰੇ ਬੱਚੇ ਜੈਤੂਨ ਦੇ ਬੂਟਿਆਂ ਦੇ ਵਾਂਗ ਤੇਰੀ ਟੇਬਲ ਦੇ ਆਲੇ ਦੁਆਲੇ ਹੋਣਗੇ। ਜੈਤੂਨ ਜੇ ਦੇਖਿਆ ਜਾਵੇ ਤਾਂ ਤੇਲਾਂ ਚੋਂ ਸਭ ਤੋਂ ਜ਼ਿਆਦਾ ਮਹਿੰਗਾ ਫਲ ਜੈਤੂਨ ਦਾ, ਤੇ ਤੇਲ ਵੀ ਸਭ ਤੋਂ ਜ਼ਿਆਦਾ ਮਹਿੰਗਾ ਜਿਹੜਾ ਹੈ ਦੁਨੀਆ ਦੇ ਵਿੱਚ ਜੈਤੂਨ ਦਾ ਹੀ ਆ। ਇੱਥੇ ਕੀਮਤ ਦੱਸੀ ਆ, ਇੱਥੇ ਕੀਮਤ ਦੱਸੀ ਆ ਕਿ ਤੇਰੇ ਬੱਚਿਆਂ ਦੀ ਕੀਮਤ ਕਿਦਾਂ ਦੀ ਆ। ਆਮ ਖਾਸ ਕੋਈ ਐਦਾਂ ਹੀ ਨਹੀਂ ਵੀ ਜਦੋਂ ਅਸੀਂ ਸਰੋਂ ਦਾ ਤੇਲ ਖਰੀਦ ਲੈਂਦੇ ਆ ਜਾਂ ਕੋਈ ਹੋਰ ਆਇਲ ਖਰੀਦਦੇ ਆ ਤੇ ਅਸੀਂ ਜੈਤੂਨ ਦਾ ਵੀ ਇਦਾਂ ਖਰੀਦਦੇ ਆ। ਕੋਈ ਦਾਲ ਸਬਜ਼ੀ ਫਰਾਈ ਕਰਨੀ ਹੈ, ਅਸੀਂ ਕਈ ਵਾਰੀ ਸਰੋਂ ਦਾ ਤੇਲ ਕਿੰਨਾ ਹੀ ਪਾ ਲੈਂਦੇ ਆ, ਜੈਤੂਨ ਦਾ ਤੇਲ ਪਾਉਣ ਲੱਗੇ ਵੀ ਅਸੀਂ ਪਹਿਲਾਂ ਦੇਖਦੇ ਆ ਕਿੰਨਾ ਪਾਉਣਾ, ਕਿਉਂਕਿ ਮਹਿੰਗਾ ਬੜਾ ਹੈ, ਮਹਿੰਗਾ ਬਹੁਤ ਆ। ਕੋਈ ਖਰੀਦਦਾ ਆ, ਕਿਸੇ ਦੇ ਘਰ ਹੋਏਗਾ, ਮੇਰੇ ਖਿਆਲ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਕਿਸੇ ਦੇ ਘਰ ਚ ਜੈਤੂਨ ਦਾ ਤੇਲ ਹੋਵੇ। ਮੈਂ ਨਹੀਂ ਦੱਸਦਾ ਤੁਸੀਂ ਅਮੀਰ ਨਹੀਂ, ਅਮੀਰ ਆ, ਕਹਿੰਦਾ ਮਤਲਬ ਉਹ ਜ਼ਿਆਦਾ ਮਹਿੰਗਾ ਹੋਣ ਕਰਕੇ ਉਹਨੂੰ ਅਸੀਂ ਇੰਨਾ ਨਹੀਂ ਰੱਖਦੇ। ਤੇਰੇ ਬੱਚੇ ਜੈਤੂਨ ਦੇ ਬੂਟਿਆਂ ਵਾਂਗ, ਭਾਵ ਕੀਮਤੀ ਸੋਚ, ਕੀਮਤੀ ਬੁੱਧ ਰੱਖਣ ਵਾਲੇ ਤੇਰੇ ਹੀ ਘਰ ਚ, ਤੇਰੇ ਟੇਬਲ ਦੇ ਆਲੇ ਦੁਆਲੇ, ਤੇਰੇ ਆਲੇ ਦੁਆਲੇ ਬੈਠੇ ਹੋਣਗੇ। ਤਾਂ ਦੁਨੀਆ 'ਚ ਕੀਮਤ ਹੋਵੇਗੀ ਉਹਨਾਂ ਦੀ ਕਿ ਧਰਤੀ ਦੇ ਧਨ ਨਾਲ ਇਹ ਨਹੀਂ ਖਰੀਦੇ ਜਾ ਸਕਦੇ, ਧਨ ਦੀ ਦੌਲਤ ਨਾਲ ਇਹ ਨਹੀਂ ਖਰੀਦੇ ਜਾ ਸਕਦੇ। ਪਰ ਇਹ ਕਦੋਂ ਮਿਲਣੇ ਆ? ਜਦੋਂ ਇਨਸਾਨ ਆਪਣੀ ਪਸਲੀ ਪਿਆ ਕੇ ਲਿਆਉਂਦਾ ਹੈ, ਜਦੋਂ ਇਨਸਾਨ ਦੀਆਂ ਅੱਖੀਆਂ ਆਪਣੀ ਪਸਲੀ ਤੇ ਰਹਿੰਦੀਆਂ ਆ, ਜਦੋਂ ਇਨਸਾਨ ਦੀ ਸੋਚ ਖੁਦਾ ਦੇ ਵੱਲ ਰਹਿੰਦੀ ਹੈ ਕਿ ਖੁਦਾ ਇੰਤਜ਼ਾਮ ਕਰੇਗਾ। ਹਾਲੇਲੂਇਆ। ਕਹਿੰਦਾ ਯੁੱਧ ਦੇ ਲਈ ਘੋੜਾ ਤਿਆਰ ਕੀਤਾ ਜਾਂਦਾ, ਪਰ ਜਿੱਤ ਤੇ ਸਫਲਤਾ ਯਹੋਵਾ ਦੇ ਵੱਲੋਂ ਹੁੰਦੀ ਆ। ਅਸੀਂ ਕਈ ਵਾਰੀ ਆਪਣੀ ਤਾਕਤ, ਆਪਣੇ ਜ਼ੋਰ ਦੇ ਨਾਲ ਇਹ ਯੁੱਧ ਲੜਨ ਦੀ ਤੁਰ ਤਿਆਰ ਹੋ ਜਾਂਦੇ ਆ ਕਿ ਨਹੀਂ ਹੁਣ ਕਰਕੇ ਹੀ ਰਹਿਣਾ, ਹੁਣ ਕੋਈ ਮੰਨੇ ਚਾਹੇ ਨਾ ਮੰਨੇ, ਹੁਣ ਇਹ ਕੰਮ ਕਰਨਾ ਹੀ ਕਰਨਾ। ਹਾਂ, ਹੋ ਸਕਦਾ ਆ ਨਾ ਕਰਨ ਦੇ ਬਾਵਜੂਦ ਵੀ ਤੁਸੀਂ ਕਰਾ ਲਓ ਕੋਈ, ਲੇਕਿਨ ਸਫਲਤਾ ਤੁਹਾਡੇ ਜ਼ੋਰ, ਤੁਹਾਡੀ ਤਾਕਤ ਨਾਲ ਨਹੀਂ ਮਿਲਣੀ। ਜ਼ਿੰਦਗੀ 'ਚ ਸਫਲਤਾ ਮੇਰੇ ਜੋ ਪਰਮੇਸ਼ਵਰ ਦੇ ਵੱਲੋਂ ਹੀ ਆ, ਤੇ ਸਫਲਤਾ ਉਹਨੂੰ ਹੀ ਮਿਲਦੀ ਹੈ ਜਿਹੜਾ ਪਰਮੇਸ਼ਵਰ ਦੀ ਰਜ਼ਾ ਦੇ ਨਾਲ ਰਹਿੰਦਾ ਆ, ਜਿਹੜਾ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਰਹਿੰਦਾ ਆ। ਤੇ ਜੇ ਕਹੀਏ ਜ਼ੋਰ ਅਸੀਂ ਆਪਣਾ ਲਾ ਲਿਆ ਤੇ ਸਫਲਤਾ ਰੱਬ ਦੇਵੇ, ਏਦਾਂ ਕਦੀ ਹੋ ਨਹੀਂ ਸਕਦਾ। ਇਸੇ ਲਈ ਕਿਹਾ ਕਿ ਮੁਬਾਰਕ ਉਹ ਇਨਸਾਨ ਜਿਹੜਾ ਯਹੋਵਾ ਤੇ ਭਰੋਸਾ ਰੱਖਦਾ ਆ। ਤੇ ਲਿਖਿਆ ਦੋਸਤ ਉਹ ਇਨਸਾਨ ਜਿਹੜਾ, ਸ਼ਰਾਪੀ ਉਹ ਇਨਸਾਨ ਜਿਹੜਾ ਇਨਸਾਨ ਉੱਤੇ ਭਰੋਸਾ ਰੱਖਦਾ, ਆਪਣੀ ਬੁੱਧ ਉੱਤੇ, ਆਪਣੇ ਵਸ਼ਰ ਦੇ ਉੱਤੇ ਭਰੋਸਾ ਰੱਖਦਾ ਆ, ਆਪਣੀ ਸੋਚ ਨਾਲ ਚੱਲਦਾ ਆ, ਉਹ ਇਨਸਾਨ ਸ਼ਰਾਪੀ ਆ। ਮੇਰੇ ਜੋ ਆਪਣੇ ਜੀਵਨ ਦੇ ਫੈਸਲੇ ਜਦੋਂ ਵੀ ਲੈਣੇ ਆ, ਸੋਚ ਸਮਝ ਕੇ ਲੈਣੇ ਆ। ਕਈ ਲੋਕ ਕਹਿ ਦਿੰਦੇ ਆ ਫਲਾਣੇ ਪਾਸਟਰ ਨੇ ਸਾਡਾ ਨਿਕਾਹ ਪੜਿਆ ਸੀ, ਫਲਾਣੇ ਪਾਸਟਰ ਨੇ ਸਾਡਾ ਵਿਆਹ ਪੜਿਆ ਸੀ। ਮੇਰੇ ਜੋ ਵਿਆਹ ਪੜਨ ਵਾਲਾ ਇੰਨੀ ਅਹਿਮੀਅਤ ਨਹੀਂ ਰੱਖਦਾਗਾ ਜਿੰਨਾ ਵਿਆਹ ਨਿਭਾਉਣ ਵਾਲਾ ਅਹਿਮੀਅਤ ਰੱਖਦਾ ਆ। ਹਾਲੇਲੂਇਆ। ਤੇ ਨਿਭਾ ਉਹੀ ਸਕਦਾ ਆ ਜਿਹੜਾ ਆਪਣੀ ਪਸਲੀ ਦੇ ਨਾਲ ਆ, ਜਿਹੜਾ ਆਪਣੇ ਪਰਿਵਾਰ ਦੇ ਨਾਲ ਆ, ਜਿਹੜਾ ਪਰਮੇਸ਼ਰ ਦੀ ਰਜ਼ਾ ਦੇ ਨਾਲ ਆ, ਉਹ ਨਿਭਾਉਂਦੇ ਆ ਔਰ ਫਲਦਾਰ ਵੀ ਹੁੰਦੇ ਆ। ਹੁਣ ਤੱਕ ਜੋ ਹੋ ਗਿਆ, ਖੁਦਾ ਤੋਂ ਮਾਫੀ ਮੰਗ ਕੇ ਚੰਗੇ ਹਸਬੈਂਡ ਵਾਈਫ ਬਣ ਕੇ ਆਤਮਿਕ ਜ਼ਿੰਦਗੀ ਬਤੀਤ ਕਰੋ। ਤੇ ਅੱਗੇ ਅਗਾਂਹ ਜੇ ਕੋਈ ਐਦਾਂ ਦਾ ਆ ਜਿਹੜਾ ਅਜੇ ਨਹੀਂ ਹੋਇਆ, ਪਰ ਉਹ ਦੌੜ ਇਸੇ 'ਚ ਦੌੜਾ ਹੋਇਆ ਕਿ ਆਪਣੀ ਸੋਚ ਨਾਲ, ਆਪਣੀਆਂ ਅੱਖਾਂ ਦੀ ਦੇਖਣ ਦੇ ਨਾਲ ਹੀ ਕੰਮ ਕਰਨਾ, ਵਿਆਹ ਕਰਨਾ ਆ, ਤਾਂ ਮੇਰੇ ਜੋ ਸੁਚੇਤ ਹੋ ਜਾਵੋ, ਵਿਆਹ ਤਾਂ ਹੋ ਜਾਏਗਾ ਲੇਕਿਨ ਜ਼ਿੰਦਗੀ 'ਚ ਸਫਲਤਾ ਨਹੀਂ ਹੋਵੇਗੀ। ਹੋ ਸਕਦਾ ਇੱਥੇ ਤੁਸੀਂ ਧਰਤੀ ਦੇ ਉੱਤੇ ਫਲਦਾਰ ਵੀ ਹੋ ਜਾਵੋ, ਪਰ ਬਾਈਬਲ ਬਿਆਨ ਕਰਦੀ ਆ ਕਿ ਜਨਾਹਕਾਰ ਦੇ ਲਈ ਮਾਫੀ ਨਹੀਂ ਆ, ਜਿਹਦੇ ਲਈ ਮਾਫੀ ਨਹੀਂ ਉਹਦਾ ਬਪਤਿਸਮਾ ਵੀ ਬੇਕਾਰ ਆ। ਜਿਹਦਾ ਬਪਤਿਸਮਾ ਬੇਕਾਰ ਹੋ ਜਾਂਦਾ ਹੈ ਤਾਂ ਮੇਰੇ ਉਹਦੇ ਲਈ ਸਵਰਗ ਵੀ ਨਹੀਂ ਆ। ਹਾਲੇਲੂਇਆ। ਤੇ ਜਿਹਦੇ ਲਈ ਸਵਰਗ ਨਹੀਂ ਆ, ਉਹਦੇ ਲਈ ਸਵਰਗੋਂ ਉੱਤਰ ਤੇ ਆਸ਼ੀਸ਼ ਵੀ ਨਹੀਂ ਆ। ਪਰ ਬਾਈਬਲ ਪਰਮੇਸ਼ਰ ਦਾ ਵਚਨ ਬਿਆਨ ਕਰਦੀ ਹੈ, ਤੇਰੀ ਪਤਨੀ ਫਲਦਾਰ ਦਾਖ ਦੇ ਵਾਂਗੂ ਤੇਰੇ ਘਰ ਦੇ ਵਿੱਚ ਹੋਵੇਗੀ, ਜੋ ਬਰਕਤ ਦਾ ਕਾਰਨ ਹੋਵੇਗੀ, ਜੋ ਆਸ਼ੀਸ਼ ਦਾ ਕਾਰਨ ਹੋਵੇਗੀ, ਜੋ ਕਿਰਪਾ ਦਾ ਕਾਰਨ ਬਣੇਗੀ, ਜੋ ਦਇਆ ਦਾ ਕਾਰਨ ਬਣੇਗੀ, ਕਿਉਂਕਿ ਉਹਦੇ ਕਰਕੇ ਤੇਰੇ ਉੱਤੇ, ਤੇਰੇ ਘਰਾਣੇ ਉੱਤੇ ਦਇਆ ਬਣੀ ਰਵੇਗੀ। ਸੋ ਇਹਨੇ ਵਚਨਾਂ ਦੇ ਨਾਲ ਪਰਮੇਸ਼ਰ ਤੁਹਾਨੂੰ